ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਮਨਦੀਪ ਸਿੰਘ ਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫਿਰ ਸਾਡਾ ਖਾਸ ਪ੍ਰੋਗਰਾਮ ਰਿਐਲਿਟੀ ਚੈੱਕ, ਜਿਸ 'ਚ ਅਸੀਂ ਗੱਲਬਾਤ ਕਰਦੇ ਹਾਂ ਰੀਅਲ estate ਦੀ ਔਰ ਖਾਸ ਕਰਕੇ ਕੈਨੇਡਾ ਦੇ ਇਸ ਵਕਤ ਕੀ ਹਾਲਾਤ ਨੇ। ਜੇਕਰ ਤੁਸੀਂ ਘਰ ਲੈਣਾ ਆ, ਵੇਚਣਾ, ਤੇ ਇਸ ਵਕਤ ਮਾਰਕੀਟ ਦਾ ਕੀ ਹਾਲ ਆ ਔਰ ਖਾਸ ਤੌਰ ਤੇ ਕਿਹੜੀਆਂ ਚੀਜ਼ਾਂ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ। ਔਰ ਖਾਸ ਕਰਕੇ ਕੁਝ ਦਰਸ਼ਕਾਂ ਦੇ ਸਾਨੂੰ ਸਵਾਲ ਵੀ ਪਹੁੰਚੇ ਨੇ, ਹਾਲਾਂਕਿ ਨਿੱਜੀ ਤੌਰ ਤੇ ਤਾਂ ਜਵਾਬ ਉਹ ਦੇ ਦਿੱਤੇ ਨੇ, ਪਰ ਉਹ 'ਚੋਂ ਕੁਝ ਗੱਲਾਂ ਅਜਿਹੀਆਂ ਨੇ ਜਿਹੜੀਆਂ ਅਸੀਂ ਸਾਰੇ ਦਰਸ਼ਕਾਂ ਨਾਲ ਵੀ ਸਾਂਝੀਆਂ ਕਰਨੀਆਂ ਚਾਹਾਂਗੇ, ਤਾਂ ਕਿ ਉਹ ਵੀ ਅੱਗੇ ਤੋਂ ਖਿਆਲ ਰੱਖਣ ਅਤੇ ਉਹਨਾਂ ਦੀ ਜਿਹੜੀ ਮਿਹਨਤ ਦੀ ਕਮਾਈ ਆ ਉਹ ਕਿਸੇ ਤਰੀਕੇ ਖਰਾਬ ਨਾ ਹੋਵੇ। ਸੋ ਸਾਰੀਆਂ ਗੱਲਾਂ ਤੇ ਜਾਣਕਾਰੀ ਦੇਵਾਂਗੇ ਤੇ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਸਟਨ ਅਲਾਈਅੰਸ ਤੋਂ ਦੀਪ ਚੱਜ ਹੋਣੀ। ਸੋ ਚੱਜ ਸਾਹਿਬ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਮਨਦੀਪ, ਥੈਂਕ ਯੂ ਫॉर ਹੈਵਿੰਗ ਮੀ ਵਾਂਸ ਅਗੇਨ ਜੀ, ਸੋ ਆਪਣੇ ਤਾਂ ਇਸ ਦਿਨਾਂ ਦੇ ਵਿੱਚ ਹਾਲਾਂਕਿ ਸ਼ਹੀਦੀ ਹਫ਼ਤਾ ਚੱਲਦਾ, ਪਰ ਦੂਜੇ ਪਾਸੇ ਇਹਨਾਂ ਮੁਲਕਾਂ ਦੇ ਵਿੱਚ ਕ੍ਰਿਸਮਸ ਦੀਆਂ ਵੀ ਰੌਣਕਾਂ ਨੇ। ਸੋ ਕੁੱਲ ਮਿਲਾ ਕੇ ਇਸ ਵਕਤ ਸਨੋ ਵੀ ਕਾਫੀ ਪੈ ਰਹੀ ਹੈ। ਪਹਿਲਾਂ ਤਾਂ ਆਪਾਂ ਥੋੜਾ ਜ਼ਿਕਰ ਕਰ ਲਈਏ ਵੀ ਅੱਜ ਕੱਲ੍ਹ ਕਿਸ ਤਰੀਕੇ ਦੇ ਜਿਹੜੇ ਹਥਿਆਰ ਉਹ ਰੱਖਣੇ ਚਾਹੀਦੇ ਆ, ਕਿਉਂਕਿ ਵਾਰਨਿੰਗ ਕਾਫੀ ਤਗੜੀ ਆ ਤੇ ਬਹੁਤ ਸਾਰੇ ਇਲਾਕਿਆਂ 'ਚ ਬਹੁਤ ਭਾਰੀ ਸਨੋ ਪੈ ਵੀ ਰਹੀ ਹੈ। ਹਾਂਜੀ ਮਨਦੀਪ, ਇਹ ਕ੍ਰਿਸਮਸ ਦੀਆਂ ਰੌਣਕਾਂ ਨੇ, ਛੁੱਟੀਆਂ ਵੀ ਹੋਣੀਆਂ ਨੇ, ਉਧਰੋਂ ਕਰੋਨਾ ਦਾ ਵੀ ਇੱਕ ਬਹੁਤ ਵੱਡਾ ਜਿਹੜਾ ਖਤਰਾ ਮੰਡਰਾ ਰਿਹਾ ਹੈ, ਅਤੇ ਉਹਦੇ ਕਰਕੇ ਜਿਵੇਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਅਤੇ ਫੈਡਰਲ ਗਵਰਨਮੈਂਟ ਨੇ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਨੇ, ਸਾਨੂੰ ਉਹਨਾਂ ਨੂੰ ਬਹੁਤ ਓਬੇ ਵੀ ਕਰਨਾ ਚਾਹੀਦਾ ਅਤੇ ਖਿਆਲ ਵੀ ਰੱਖਣਾ ਚਾਹੀਦਾ, ਕਿਉਂਕਿ ਗਵਰਨਮੈਂਟ ਸੋ ਮੱਚ ਹੀ ਕਰ ਸਕਦੀ ਹੈ। ਸਾਰਿਆਂ ਨਾਲੋਂ ਵੱਧ ਜ਼ਿੰਮੇਵਾਰੀ ਆਪਣੀ ਆਪ ਬਣਦੀ ਹੈ ਕਿ ਕਿਵੇਂ ਆਪਾਂ ਆਪਣੇ ਉਹਨੂੰ ਮਾਸਕ ਪਾ ਕੇ ਅਤੇ ਡਿਸਟੈਂਸ ਕ੍ਰੀਏਟ ਕਰਕੇ, ਜੇ ਆਪਾਂ 1 ਸਾਲ 2 ਸਾਲ ਆਪਾਂ ਨਹੀਂ ਪਾਰਟੀਜ਼ ਕੀਤੀਆਂ, 1 ਸਾਲ ਹੋਰ ਵੀ ਨਾ ਕਰਾਂਗੇ ਤਾਂ ਬੜਾ ਫਰਕ ਨਹੀਂ ਪੈਂਦਾ। ਜੇ ਉਹ ਮਿਨੀਮਮ 10 ਬੰਦਿਆਂ ਨੂੰ ਕਹਿੰਦੇ ਆ ਘਰੇ ਬੁਲਾ ਸਕਦੇ, ਜ਼ਰੂਰੀ ਨਹੀਂ 10 ਹੀ ਬੁਲਾਉਣੇ ਨੇ, ਘੱਟ ਵੀ ਕਰ ਸਕਦੇ ਆਪਾਂ, ਤਾਂ ਕਿ ਆਪਾਂ ਡਿਸਟੈਂਸ ਮੇਨਟੇਨ ਰੱਖੀਏ। ਹਾਂ, ਛੁੱਟੀਆਂ ਇੰਜੋਏ ਵੀ ਕਰਨੀਆਂ ਚਾਹੀਦੀਆਂ ਨੇ। ਦੂਜਾ ਹੈਗਾ, ਇਹ ਸਭਾ ਦੇ ਦਿਨ ਵੀ ਚੱਲ ਰਹੇ ਨੇ, ਇਹ ਯਾਦ ਰੱਖਣਾ ਚਾਹੀਦਾ ਆਪਾਂ ਨੂੰ ਕਿ ਆਪਣੇ ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਦੀਆਂ ਸ਼ਹਾਦਤਾਂ ਦੇ ਦਿਨ ਚੱਲ ਰਹੇ ਨੇ ਇਹ। ਸੋ ਉਹ ਵੀ ਨਾਲ ਦੀ ਨਾਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਹਿਸਟਰੀ ਜਿਹੜੀ ਆ, ਜਦੋਂ ਆਪਾਂ ਹਿਸਟਰੀ ਭੁੱਲ ਜਾਂਦੇ ਹਾਂ ਨਾ, ਸਿਰਫ ਆਪਾਂ ਪਾਰਟੀਆਂ ਦੇ ਵਿੱਚ ਰਹਿ ਜਾਂਦੇ ਹਾਂ ਅਤੇ ਆਪਾਂ ਆਪਣੀ ਹਿਸਟਰੀ ਨੂੰ ਭੁੱਲਾਂਗੇ, ਤਾਂ ਜਿਹੜੇ ਸਾਨੂੰ ਹਿਸਟਰੀ ਭੁਲਾਉਣ ਵਾਸਤੇ ਬੈਠੇ ਨੇ ਉਹਨਾਂ ਨੂੰ ਬਾਹਲਾ ਕੰਮ ਨਹੀਂ ਕਰਨਾ ਪੈਂਦਾ। ਸੋ ਬਹੁਤ ਇੰਪੋਰਟੈਂਟ ਆ ਕਿ ਤੁਸੀਂ ਆਹ ਦਿਨਾਂ ਦੇ ਵਿੱਚ ਸਭਾ ਦੇ ਦਿਨ ਕਹੇ ਜਾਂਦੇ ਨੇ। ਪੁਰਾਣੇ ਸਮੇਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆਪਣੇ ਬਜ਼ੁਰਗ ਜਿਹੜੇ ਸੀ ਉਹ ਮੰਜਿਆਂ 'ਤੇ ਨਹੀਂ ਸੀ ਸੌਂਦੇ, ਉਹ ਥੱਲੇ ਪੈਂਦੇ ਸੀ। ਸੋ ਆਪਾਂ ਉਹਨਾਂ ਨੂੰ ਵੀ ਕੋਟ ਸਲਾਮ ਕਰਦੇ ਹਾਂ ਸਾਰਿਆਂ ਨੂੰ। ਤੀਸਰਾ ਹੈਗਾ ਜਿਹੜਾ ਹੁਣ ਵਾਰਨਿੰਗ ਆ ਸਨੋ ਦੀ, ਅਤੇ ਬਹੁਤ ਸਾਲਾਂ ਬਾਅਦ ਐਕਚੁਅਲੀ ਇਹ ਇੱਕ ਵਾਈਟ ਕ੍ਰਿਸਮਸ ਦੀ ਆਮਦ ਆ, ਕਾਫੀ ਦੇਰ ਬਾਅਦ ਵੀ ਇਹ ਚਿੱਟੀ ਕ੍ਰਿਸਮਸ ਆਉਣ ਦੇ ਆਸਾਰ ਨੇ। ਸੋ ਇੱਥੇ ਇੱਕ ਖੁਸ਼ੀ ਤਾਂ ਹੈਗੀ ਆ ਸਾਰਿਆਂ ਦੇ ਮਨਾਂ ਦੇ ਵਿੱਚ। ਪਲੱਸ ਜਾਂ ਪਰ ਜਿਹੜੀ ਵੈਦਰ ਦੀ ਜਿਹੜੀ ਹੈਗੀ ਆ, ਇੰਨੀ ਠੰਡ ਦੀ ਜਿਹੜੀ ਪ੍ਰੈਡਿਕਸ਼ਨ ਆ -17 ਤੱਕ, ਉਹ ਆਪਣੇ ਬਹੁਤ ਸਾਲਾਂ ਬਾਅਦ ਹੁੰਦੀ ਹੈ। ਸੋ ਜਦੋਂ ਇੰਨੀ ਪ੍ਰੈਡਿਕਸ਼ਨ ਠੰਡ ਦੀ ਹੁੰਦੀ ਹੈ, ਉਹ 'ਚ ਬਹੁਤ ਪ੍ਰੀਕਾਸ਼ਨਸ ਨੇ ਆਪਾਂ ਨੂੰ ਲੈਣੇ ਪੈਂਦੇ, ਬਿਕੋਜ਼ ਆਪਾਂ ਵੈਸਟਰਨ ਕੋਸਟ ਦੇ ਉੱਤੇ ਨਾ ਆਪਾਂ ਯੂਜ਼ ਟੂ ਨਹੀਂ ਹੈਗੇ ਇਹ ਚੀਜ਼ਾਂ ਨੂੰ। ਹੁਣ ਜੇ ਆਪਾਂ ਨਾਰਥ ਚਲੇ ਜਾਈਏ, ਆਪਾਂ ਸੈਂਟਰਲ BC ਚਲੇ ਜਾਈਏ, ਅਲਬਰਟਾ ਜਾਈਏ, ਹੋਰ ਕਿਤੇ ਵੀ ਮੁਲਕ ਜਾਈਏ, ਉਹ ਸਾਰੇ ਯੂਜ਼ ਟੂ ਨੇ, ਉਹਨਾਂ ਨੂੰ ਪਤਾ ਵੀ ਇਹਦੇ ਪ੍ਰੀਕਾਸ਼ਨਸ ਕੀ ਨੇ, ਆਪਾਂ ਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਪਰ ਇੱਥੇ ਆਪਾਂ ਨੂੰ ਪ੍ਰੀਕਾਸ਼ਨਸ ਬਹੁਤ ਲੈਣੇ ਚਾਹੀਦੇ ਨੇ। ਉਹਦੇ ਵਿੱਚ ਜ਼ਰੂਰੀ ਆ ਕਿ ਆਪਣੇ ਕੋਲ ਸਨੋ ਸ਼ਵਲਸ ਹੋਣੀਆਂ ਚਾਹੀਦੀਆਂ ਨੇ ਘਰੇ, ਆਪਦੇ ਡਰਾਈਵੇ ਸਾਫ਼ ਰੱਖਣੇ ਪੈਣੇ ਨੇ। ਉਹਦੇ ਬਾਅਦ ਸਾਈਡ ਵਾਕਸ ਜਿਹੜੇ ਨੇ ਤੁਹਾਡੇ ਘਰ ਦੇ ਆਲੇ ਦੁਆਲੇ ਸਾਈਡ ਵਾਕ, ਅਤੇ ਪਲੱਸ ਜਿਹੜਾ ਸਿਟੀ ਦਾ ਸਾਈਡ ਵਾਕ ਆਪਣੇ ਘਰ ਦੇ ਮੂਹਰੇ, ਆਪਾਂ ਪਿਛਲੇ ਸਾਲ ਜਾਂ 1 ਸਾਲ ਪਹਿਲਾਂ ਵੀ ਆਪਾਂ ਡਿਸਕਸ ਕਰਦੇ ਸੀ, ਉਹ ਬਹੁਤ ਲਾਜ਼ਮੀ ਆ। ਅਤੇ ਉਦੋਂ ਬਾਅਦ ਉੱਤੇ ਦੂਣ ਛਿੜਕ ਕੇ ਰੱਖੋ। ਜੇ ਕੋਈ ਇੰਜਰੀ ਹੁੰਦੀ ਆ ਆਪਣੀ ਲਾਪਰਵਾਹੀ ਦੀ ਵਜ੍ਹਾ ਕਰਕੇ, ਤਾਂ ਫਿਰ ਉਹ ਆਪਣੇ ਘਰ ਦੇ ਉੱਤੇ ਉਹਦਾ ਅਸਰ ਪੈਂਦਾ, ਆਪਣੀ ਇੰਸ਼ੋਰੈਂਸ ਦੇ ਉੱਤੇ ਅਸਰ ਪੈਂਦਾ ਹੈ। ਪਲੱਸ ਜੇ ਤੁਹਾਨੂੰ ਲੱਗਦਾ ਕਿ ਕਈ ਘਰਾਂ ਦੇ ਵਿੱਚ ਡੂੰਘੀਆਂ ਬੇਸਮੈਂਟਸ ਨੇ, ਕਈ ਵਾਰੀ ਐਂਟਰੀ ਪਿਛਲੇ ਪਾਸਿਓਂ ਫਰੀਜ਼ਿੰਗ ਬਹੁਤ ਹੋਣੀ ਆ, ਤੁਸੀਂ ਲੂਣ ਵੀ ਪਾਉਂਦੇ ਹੋ, ਸਾਰਾ ਕੁਛ ਕਰਦੇ ਹੋ, ਪਰ ਇਹਤਿਆਤ ਦੇ ਤੌਰ 'ਤੇ ਤੁਹਾਨੂੰ ਆਪਣੇ ਟੈਨੈਂਟਸ ਨੂੰ ਜਾਂ ਘਰ ਵਾਲਿਆਂ ਨੂੰ ਇਹ ਜ਼ਰੂਰ ਦੱਸ ਦੇਣਾ ਚਾਹੀਦਾ ਕਿ ਪਿੱਛੇ ਪੌੜੀਆਂ ਬਹੁਤ ਸਲਿੱਪਰੀ ਹੋਣਗੀਆਂ, ਬਹੁਤ ਜ਼ਿਆਦਾ ਧਿਆਨ ਵਰਤਿਓ। ਅਦਰਵਾਈਜ਼ ਜੇ ਹੋ ਸਕੇ ਅਤੇ ਜੇ ਤੁਸੀਂ ਕੰਫਰਟੇਬਲ ਹੋਵੋਗੇ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਦੀ ਜੇ ਐਂਟਰੈਂਸ ਉਹਨਾਂ ਨੂੰ ਦੇ ਦੇਵੋ ਤਾਂ ਉਹ ਇੱਕ ਲਾਹੇਵੰਦ ਹੋਊਗਾ। ਅਦਰਵਾਈਜ਼ ਕਿਸੇ ਦੇ ਸੱਟ ਵੱਜ ਗਈ, ਕਿਉਂਕਿ ਇਹ ਪੌੜੀਆਂ ਦੀ ਸੱਟ ਸਾਰਿਆਂ ਨਾਲੋਂ ਭੈੜੀ ਸੱਟ ਆ। ਸੋ ਇਹਨੂੰ ਖਿਆਲ ਰੱਖਿਓ, ਕਿਉਂਕਿ ਜਦੋਂ ਪੌੜੀ ਤੋਂ ਬੰਦਾ ਡਿੱਗਦਾ ਆ, ਉਹਦੇ ਹੈਡ ਇੰਜਰੀ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਨੇ। ਚੌਥਾ, ਜਦੋਂ ਵੀ ਆਪਾਂ ਤੁਰਦੇ ਹਾਂ ਸਨੋ ਦੇ ਵਿੱਚ ਜਾਂ ਆਈਸਿੰਗ ਜਾਂ ਫਰੀਜ਼ਿੰਗ ਕੰਡੀਸ਼ਨਸ ਹੁੰਦੀਆਂ ਨਾ, ਤਾਂ ਮੈਂ ਅਕਸਰ ਦੇਖਦਾ ਕਿ ਬਹੁਤ ਜ਼ਿਆਦਾ ਠੰਡ ਲੱਗਦੀ ਹੁੰਦੀ ਹੈ, ਦਸਤਾਨੇ ਨਹੀਂ ਆਪਾਂ ਪਾਉਂਦੇ, ਪਰ ਅਸੀਂ ਜੇਬਾਂ 'ਚ ਹੱਥ ਜ਼ਰੂਰ ਪਾਉਂਦੇ ਹਾਂ ਜਦੋਂ ਆਪਾਂ ਵਾਕ ਕਰਦੇ ਹਾਂ, ਚਾਹੇ ਉਹ ਆਈਸਿੰਗ ਕੰਡੀਸ਼ਨ ਹੋਵੇ ਜਾਂ ਸਲਿੱਪਰੀ, ਵੈਸੇ ਮੀਂਹ ਪੈਂਦਾ ਸਲਿੱਪਰੀ ਹੋਵੇ। ਤਾਂ ਮੈਂ ਹਰੇਕ ਨੂੰ ਬੇਨਤੀ ਇਹੀ ਕਰਦਾ, ਜੇਬਾਂ 'ਚ ਹੱਥ ਨਾ ਪਾਇਆ ਕਰੋ, ਕਿਉਂਕਿ ਜੋ ਜੇਬ 'ਚ ਹੱਥ ਪਾਇਆ ਹੋਇਆ, ਤੁਸੀਂ ਸਲਿੱਪ ਕੀਤੇ
ਜਿਹੜੇ ਨੈਚੁਰਲ ਰਿਫਲੈਕਸਸ ਹੁੰਦੇ ਆ ਬਾਡੀ ਦੇ, ਉਹਦੀ ਪ੍ਰੋਟੈਕਸ਼ਨ ਆਟੋਮੈਟਿਕਲੀ ਬਾਂਹ ਪਿੱਛੇ ਜਾਂਦੀ ਹੈ। ਉਹ ਜੇਬ ਚੋਂ ਬਾਹਰ ਨਿਕਲਦੀ ਨਹੀਂ ਤੇ ਤੁਹਾਡਾ ਸਿਰ ਦਾ ਭਾਰ ਜ਼ਿਆਦਾ ਹੁੰਦਾ, ਤਾਂ ਸਿੱਧਾ ਸਿਰ ਵੱਜਦਾ ਥੱਲੇ ਜਾ ਕੇ, ਉਹ ਚਾਹੇ ਅੱਗੇ ਵਜੇ ਚਾਹੇ ਪਿੱਛੇ ਵਜੇ। ਜਿਹਦੀ ਇੰਜਰੀ ਬਹੁਤ ਹੀ ਜ਼ਿਆਦਾ ਆਪਾਂ ਨੂੰ ਮਹਿੰਗੀ ਪੈਂਦੀ ਹੈ, ਤੇ ਕਈ ਵਾਰੀ ਬਹੁਤ ਸੱਜਣ, ਬਹੁਤ ਭੈਣ ਭਰਾ ਕੋਮਾ 'ਚ ਗਏ ਹੋਏ ਨੇ। ਸੋ ਇਸ ਚੀਜ਼ ਦਾ ਖਿਆਲ ਰੱਖਿਓ, ਕਿਉਂਕਿ ਇਹ ਚੀਜ਼ ਮੈਂ ਕੈਲਗਰੀ ਸਿੱਖ ਕੇ ਆਇਆ ਸੀਗਾ। ਮੈਂ ਵੀ ਜੇਬਾਂ 'ਚ ਪਾ ਕੇ ਤੁਰਿਆ ਜਾਂਦਾ ਸੀ, ਤਾਂ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਇਹਨੂੰ ਕੱਢੋ, ਤੇ ਮੈਨੂੰ ਸਮਝ ਨਹੀਂ ਸੀ ਲੱਗੀ ਕਾਹਤੋਂ ਕੱਢੋ। ਸੋ ਚੌਥਾ ਹੈਗਾ ਜਿਹੜਾ ਘਰਾਂ ਦਾ ਪ੍ਰੀਕਾਸ਼ਨ ਆ, ਉਹਦੇ ਵਿੱਚ ਆਪਣੀਆਂ ਆਊਟਡੋਰ ਆਪਣੇ ਜਿਹੜੀਆਂ ਹੋਜ਼ਸ ਹੁੰਦੀਆਂ ਨੇ, ਜਾਂ ਆਪਣੀਆਂ ਜਿਹੜੀਆਂ ਆਊਟਡੋਰ ਆਪਾਂ ਟੂਟੀਆਂ ਲੱਗੀਆਂ ਹੁੰਦੀਆਂ ਨੇ ਪਾਣੀ ਦੇਣ ਨੂੰ, ਆਮ ਘਰਾਂ ਦੇ ਵਿੱਚ ਹਰੇਕ ਘਰ ਦੇ ਵਿੱਚ 2 ਹੁੰਦੀਆਂ ਨੇ। ਇਹਨਾਂ ਦਿਨਾਂ ਦੇ ਵਿੱਚ ਉਹ ਵੀ ਫਰੀਜ਼ ਹੁੰਦੀਆਂ ਨੇ। ਸੋ ਉਹਦਾ ਜਿਹੜਾ ਅੰਦਰਲੇ ਪਾਸੇ ਜਿਹੜਾ ਨੀਅਰੈਸਟ ਪੁਆਇੰਟ ਹੁੰਦਾ, ਉੱਥੋਂ ਉਹ ਪਾਈਪ ਬਾਹਰ ਨੂੰ ਜਾਂਦੀ ਹੁੰਦੀ ਹੈ। ਉਹ ਪਾਈਪ ਨੂੰ ਉਹ ਬਾਹਰੋਂ ਜਾ ਕੇ ਟੂਟੀ, ਅੱਜ ਜਿਵੇਂ ਵੈਦਰ ਠੀਕ ਆ, ਤੁਸੀਂ ਬਾਹਰੋਂ ਟੈਪ ਨੂੰ ਔਨ ਕਰੋ, ਰਨਿੰਗ ਵਾਟਰ ਜਦੋਂ ਹੋ ਗਿਆ ਉਹ ਟੈਪ ਬੰਦ ਕਰ ਦਿਓ, ਤਾਂ ਕਿ ਉਹ ਟੈਪ ਦੇ ਵਿੱਚ ਪਾਣੀ ਨਾ ਰਵੇ। ਅਤੇ ਜੇ ਹੋ ਸਕੇ ਹੋਮ ਡਿਪੂ ਤੋਂ ਜਾਂ ਕ੍ਰੈਡਿਟ ਟਾਇਰ ਜਾਂ ਹੋਰ ਵੀ ਕਿਸੇ ਸਟੋਰਾਂ ਤੋਂ ਇੱਕ ਉਹ ਇਨਸੂਲੇਸ਼ਨ ਮਿਲਦੀ ਹੈ, ਗੋਲ ਜੀ ਹੁੰਦੀ ਹੈ, ਉਹ ਲਿਆ ਕੇ ਉਹ ਪਾਈਪਾਂ ਦੇ ਉੱਪਰ ਚਾੜ੍ਹ ਦਿਓ। ਕਿਉਂਕਿ ਜਦੋਂ ਉਹ ਫਰੀਜ਼ ਹੋ ਕੇ, ਜਦੋਂ ਉਹ ਬਾਹਰੋਂ ਪਾਈਪ ਫਰੀਜ਼ ਹੁੰਦੀ ਆ, ਹੌਲੀ ਹੌਲੀ ਫਰੀਜ਼ਿੰਗ ਉਹਨੇ ਅੰਦਰ ਆਉਣਾ ਆ। ਅੰਦਰ ਆ ਕੇ ਜਿੱਥੇ ਉਹ ਬਲੌਕ ਹੋ ਗਈ, ਉਦੋਂ ਬਾਅਦ ਜਿਵੇਂ ਫਰੀਜ਼ਿੰਗ ਵਧੀ ਜਾਣੀ ਆ, ਉਵੇਂ ਉਹਨਾਂ ਨੇ ਪਾਈਪ ਨੂੰ ਬਸਟ ਕਰ ਦੇਣਾ। ਉਹਦਾ ਬਸਟ ਹੋਣਾ ਪਾਈਪ ਦਾ ਕਿਤੇ ਵੀ, ਉਹ ਇੱਕ ਫਲੱਡਿੰਗ ਹੋਣੀ ਹੈ ਘਰ ਦੇ ਵਿੱਚ ਅੰਦਰਲੇ ਪਾਸੇ, ਅਤੇ ਉਹਦਾ ਨੁਕਸਾਨ ਬਹੁਤ ਜ਼ਿਆਦਾ ਆ। ਸੋ ਇਸ ਚੀਜ਼ ਨੂੰ ਬਹੁਤ ਜ਼ਿਆਦਾ, ਇਹਦਾ ਪ੍ਰੀਕਾਸ਼ਨ ਰੱਖਣਾ ਵੀ ਬਹੁਤ ਜ਼ਿਆਦਾ ਆ। ਤੀਸਰਾ ਹੁੰਦਾ ਕਿ ਜਦੋਂ ਆਪਾਂ ਦੇਖਦੇ ਹਾਂ, ਜਦੋਂ ਸਨੋ ਜ਼ਿਆਦਾ ਪਈ ਹੁੰਦੀ ਆ, ਤਾਂ ਆਪਣੇ ਕਈ ਘਰਾਂ ਦੇ ਵਿੱਚ ਸਲੋਪ ਕਿਵੇਂ ਆ ਟਰੱਸਸ ਦੀ, ਕਈਆਂ ਜ਼ਿਆਦਾ ਕਿਤੇ ਘੱਟ ਹੁੰਦੀ ਆ, ਤਾਂ ਆਲਵੇਜ਼ ਖਿਆਲ ਰੱਖਣਾ ਚਾਹੀਦਾ ਉੱਪਰ ਜੋ ਸਨੋ, ਤਾਂ ਕਿ ਉਹ ਉੱਪਰੋਂ ਇੱਕ ਐਵਲਾਂਚ ਵਾਂਗੂ ਥੱਲੇ ਨਾ ਡਿੱਗੇ ਅਤੇ ਤੁਹਾਡੇ, ਕਿਉਂਕਿ ਜਦੋਂ ਹੌਲੀ ਹੌਲੀ ਪਹਿਲਾਂ ਸਨੋ ਚੰਗੀ ਲੱਗਦੀ ਹੈ, ਓਵਰ ਦਾ ਟਾਈਮ ਉਹਨੇ ਜੰਮ ਜਾਣਾ। ਜੰਮ ਕੇ ਜਿੰਨੀ ਉਹ ਕੈੜੀ ਹੋਏਗੀ, ਜਿੰਨੀ ਉਹ ਹਾਰਡ ਹੋਈ ਜਾਂਦੀ ਹੈ, ਉਹ ਆਈਸ ਦੀ ਫਾਰਮੈਟ ਲੈ ਜਾਂਦੀ ਹੈ। ਫਿਰ ਉਹਦੀ ਜਿੰਨੀ ਉੱਤੋਂ ਆਊਗੀ, ਉਹਦੀ ਇੰਜਰੀ ਵੀ ਉਨੀ ਜ਼ਿਆਦਾ ਹੈ। ਸੋ ਇਹ ਚੀਜ਼ਾਂ ਦਾ ਪਹਿਲਾ ਖਿਆਲ ਰੱਖਿਓ। ਦੂਜਾ, ਆਪਣੀ ਹੀਟਿੰਗ ਸਿਸਟਮ ਦੇਖੋ ਸਹੀ ਚੱਲਦਾ ਆ, ਸੋ ਵੈਂਟਿੰਗ ਸਿਸਟਮ ਠੀਕ ਚੱਲਦਾ ਆ। ਅਵੋਇਡ ਕਰੋ ਜਦੋਂ ਸਨੋ ਵੱਧ ਪੈਂਦੀ ਹੈ ਬਾਹਰ ਜਾਣਾ, ਕਿਉਂਕਿ ਆਪਾਂ ਬਾਹਲੇ ਯੂਜ਼ ਟੂ ਨਹੀਂ ਡਰਾਈਵ ਕਰਨ ਦੇ। ਅਤੇ ਜੇ ਤੁਹਾਨੂੰ ਨਸੈਸਿਟੀਜ਼ ਹੈਗੀਆਂ ਨੇ ਹਫ਼ਤੇ ਕੁ ਦੀਆਂ, ਉਨੀਆਂ ਲੈ ਕੇ ਰੱਖ ਲਓ, ਐ ਨਹੀਂ ਬਹੁਤ ਜ਼ਿਆਦਾ ਫਰਿੱਜ ਭਰ ਕੇ ਰੱਖੋ, ਪਰ ਜਿੰਨੀ ਕੁ ਨਸੈਸਿਟੀ ਆ ਉਨਾ ਕੁ ਫੂਡ ਆਪਦੇ ਕੋਲ ਲੈ ਕੇ ਰੱਖੋ। ਜੀ ਬਿਲਕੁਲ, ਮੈਨੂੰ ਲੱਗਦਾ ਕਿ ਸਾਰਾ ਕੁਛ ਹੀ ਤੁਸੀਂ ਇੱਕੋ ਸਵਾਲ 'ਚ ਕਵਰ ਕਰਤਾ। ਦਰਸ਼ਕਾਂ ਨੂੰ ਕਾਫੀ ਅਹਿਮ ਜਾਣਕਾਰੀ ਮਿਲੀ ਹੋਊਗੀ, ਪਰ ਇਹਦੇ ਨਾਲ ਹੀ ਜੇ ਹੁਣ ਆਪਾਂ ਗੱਲ ਕਰੀਏ, ਕੁਝ ਸਵਾਲ ਜਿਹੜੇ ਦਰਸ਼ਕਾਂ ਦਾ ਆਏ ਸੀ ਉਹਨਾਂ ਤੋਂ ਸ਼ੁਰੂਆਤ ਕਰ ਲੈਂਦੇ ਹਾਂ, ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਵਗਦੀ ਗੰਗਾ 'ਚ ਹਰ ਕੋਈ ਹੱਥ ਧੋਣਾ ਚਾਹੁੰਦਾ ਆ, ਔਰ ਇਸ ਵਕਤ ਜਿਵੇਂ ਮਾਰਕੀਟ ਜਿਹੜੀ ਆ ਉਹ ਚੱਲ ਰਹੀ ਆ, ਤਾਂ ਹਰ ਕੋਈ ਚਾਹੁੰਦਾ ਕਿ ਅਸੀਂ ਵੀ ਕੁਛ ਨਾ ਕੁਝ ਜਾਂ ਫਸਾ ਲਈਏ ਜਾਂ ਕਮਾ ਲਈਏ। ਸੋ ਕਈ ਵਾਰ ਪੂਰੀ ਤਿਆਰੀ ਤੋਂ ਬਿਨਾਂ ਜਿਹੜੇ ਕੁਝ ਲੋਕ ਪੈਸੇ ਫਸਾ ਬਹਿੰਦੇ ਆ, ਅਤੇ ਕਈ ਵਾਰ ਭਰੋਸਾ ਕਰ ਲੈਂਦੇ, ਪੂਰੀ ਜਾਣਕਾਰੀ ਲੈਂਦੇ ਵੀ ਨਹੀਂ। ਸੋ ਇਹਨਾਂ ਚੀਜ਼ਾਂ ਤੋਂ, ਇਹਨਾਂ ਹਾਲਾਤਾਂ ਤੋਂ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ? ਇਹ ਮਨਦੀਪ ਹੁੰਦਾ ਕੀ ਹੈ ਕਿ ਜਦੋਂ ਆਪਾਂ ਬੈਠ ਕੇ ਗੱਲਾਂ ਕਰਦੇ ਹਾਂ, ਓਬਵੀਅਸਲੀ ਆਪਣੀ ਜਿਹੜੀ ਨੇਚਰ ਹੈ, ਖਾਸ ਕਰਕੇ ਜਿਹੜੇ ਇਨਵੈਸਟਰਸ ਨੇ ਜਾਂ ਜਿਹੜੇ ਦੋਨੇ ਪੰਜਾਬਾਂ ਤੋਂ ਆਏ ਹੋਏ ਨੇ, ਜਾਂ ਆਪਾਂ ਜ਼ਮੀਨ ਨੂੰ ਬਹੁਤ ਤਰਜੀਹ ਦਿੰਦੇ ਹਾਂ, ਕਿਉਂਕਿ ਇਹ ਆਪਣੇ ਨਾਲ ਜੁੜੀ ਹੋਈ ਚੀਜ਼ ਆ। ਸੋ ਆਪਾਂ ਨੂੰ ਹੁੰਦਾ ਕਿ ਦੂਜਾ, ਪਹਿਲਾਂ ਆਪਾਂ ਘਰ ਲੈਣਾ ਪਸੰਦ ਕਰਦੇ ਹਾਂ, ਫਿਰ ਜਾਂ ਜਿਵੇਂ ਸਾਡੀ ਅਪਰੋਚ ਹੁੰਦੀ ਹੈ। ਜਦੋਂ ਆਪਾਂ ਨਹੀਂ ਵੀ ਲੈ ਸਕਦੇ, ਤਾਂ ਸਾਡੇ ਕੋਲ ਥੋੜ੍ਹੇ ਮੋਟੇ ਪੈਸੇ ਹੁੰਦੇ, ਫਿਰ ਆਪਾਂ ਸੋਚਦੇ ਪਰ ਰਲ ਮਿਲ ਕੇ ਲੈ ਲੈਂਦੇ ਕੁਛ। ਇਹ ਚੀਜ਼ਾਂ ਦਾ, ਬਹੁਤ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ। ਇਹਦੇ ਮੈਨੂੰ ਲੱਗਦਾ ਸ਼ਾਇਦ ਮੈਂ ਕਿਸੇ ਪ੍ਰੋਗਰਾਮ ਦੱਸਿਆ ਵੀ ਸੀ ਪਹਿਲਾਂ, ਹਰੇਕ ਚਾਹੁੰਦਾ ਵੀ ਮੈਂ ਜਲਦੀ ਤਰੱਕੀ ਕਰਾਂ, ਜਾਂ ਮੇਰੇ ਵੀ ਬਿਜ਼ਨਸ ਦੇ ਵਿੱਚ ਪੈਸੇ ਲੱਗਣ, ਜਾਂ ਮੈਂ ਬਿਜ਼ਨਸ ਦੇ ਵਿੱਚੋਂ ਪੈਸੇ ਬਣਾ ਲਾਂ, ਜਾਂ ਮੈਂ ਥੋੜ੍ਹੇ ਜਿਹੇ ਪੈਸਿਆਂ ਨਾਲ ਬਾਹਲੇ ਪੈਸੇ ਕਮਾ ਲਾਂ, ਜਾਂ ਮੈਂ ਆਪਦੇ ਪੈਸੇ ਡਬਲ ਕਰ ਲਾਂ। ਤਰੀਕਾ ਠੀਕ ਆ, ਕਰਨਾ ਚਾਹੀਦਾ, ਕਿਉਂਕਿ ਜਿੰਨਾ ਚਿਰ ਤੁਸੀਂ ਰਿਸਕ ਨਹੀਂ ਲੈਂਦੇ, ਉਨੀ ਦੇਰ ਤੁਸੀਂ ਕਾਮਯਾਬ ਹੋਣ ਦੇ ਚਾਂਸਸ ਘੱਟ ਜਾਂਦੇ ਆ। ਉਹ ਇੱਕ ਰਿਸਕ ਫੈਕਟਰ ਹੁੰਦਾ, ਤੁਹਾਨੂੰ ਲੈਣਾ ਪੈਂਦਾ। ਪਰ ਰਿਸਕ ਬਹੁਤ ਕੈਲਕੂਲੇਸ਼ਨਸ ਨਾਲ ਲਏ ਜਾਂਦੇ ਨੇ, ਅੰਨ੍ਹੇਵਾਹ ਰਿਸਕ ਨਹੀਂ ਲੈਣਾ ਚਾਹੀਦਾ। ਕਈ ਇਹ ਜਿਹੇ ਤੁਹਾਡੇ ਨਾਲ ਇਨਵੈਸਟਰਸ ਵੀ ਹੋਣਗੇ, ਜਾਂ ਤੁਹਾਡੇ ਨਾਲ ਕਈ ਰੀਅਲਟਰ ਵੀ ਤੁਹਾਨੂੰ ਗਾਈਡ ਕਰ ਸਕਦੇ ਨੇ, ਜਾਂ ਹੋਰ ਬੰਦੇ ਵੀ ਤੁਹਾਨੂੰ ਸ਼ਾਇਦ ਇਹ ਗਾਈਡ ਕਰਦੇ ਹੋਣ ਵੀ ਤੁਹਾਨੂੰ ਪਤਾ ਤੁਸੀਂ ਹਜੇ ਨਵੇਂ ਆਏ ਹੋ, ਤੁਹਾਡੀ ਹਿਸਟਰੀ ਹੈ ਨਹੀਂ ਬੈਂਕ ਦੇ ਵਿੱਚ, ਜਾਂ ਤੁਹਾਡੇ ਕੋਲ ਕ੍ਰੈਡਿਟ ਤੁਹਾਡਾ ਹਜੇ ਬਣਿਆ ਨਹੀਂ ਹੋਇਆ, ਤੁਹਾਡੇ ਕੋਲ ਪ੍ਰੋਪਰ ਜੋਬ ਨਹੀਂ ਹੈਗੀ 2 ਸਾਲ ਤੋਂ 3 ਸਾਲ ਤੋਂ, ਜਾਂ ਤੁਹਾਡੇ ਕੋਲ ਸਿਰਫ ਇੱਕ ਪਾਰਸ਼ੀਅਲ ਜੋਬਸ ਨੇ ਜਿਨ੍ਹਾਂ ਨੂੰ ਬੈਂਕਸ ਜਿਹੜੇ ਨੇ ਉਹ ਆਨਰ ਨਹੀਂ ਕਰਦੇ, ਪਰ ਤੁਹਾਡੇ ਕੋਲ ਪੈਸੇ ਹੈਗੇ ਆ। ਤੁਸੀਂ 4 ਜਣੇ ਬੈਠੇ ਹੋ, $50,000 ਤੁਹਾਡੇ ਕੋਲ ਹੈਗਾ ਆ। ਤੁਹਾਨੂੰ ਕੋਈ ਆ ਕੇ ਦੱਸੇ ਵੀ ਆਪਾਂ ਐਂ ਕਰੀਏ, ਆਪਾਂ ਪ੍ਰਾਪਰਟੀ ਆਉਂਦੀ ਆ, ਹੁਣ ਤਾਂ ਫਲਿੱਪ ਹੋ ਰਿਹਾ, $1,00,000 ਬਣਦਾ, ਐਂ ਕਰੋ ਤੁਸੀਂ ਮੈਨੂੰ $2 ਲੱਖ ਆਪਾਂ ਡਿਪੋਜ਼ਿਟ ਦਈਏ, ਤਾਂ ਆਪਾਂ 4 ਮਹੀਨਿਆਂ ਨੂੰ ਇਹਦੇ ਤੁਹਾਨੂੰ ਲੱਖ ਬਣਾ ਕੇ ਦੇ ਦੇਣਾ। ਆਪਾਂ ਲਾਲਚ ਆ ਜਾਂਦੇ ਹਾਂ, ਉਹ ਲਾਲਚ ਆ ਕੇ ਆਪਾਂ 50,000 ਜਿਹੜਾ ਜੋੜਿਆ ਹੁੰਦਾ ਪੈਸਾ, ਆਪਾਂ ਉਹ 'ਚ ਦੇ ਦਿੰਦੇ ਹਾਂ ਕਿਸੇ ਦੇ ਟਰਸਟ ਦੇ ਉੱਤੇ।
ਆਪਾਂ ਉਹਦੀ ਸਲਾਹ ਨਹੀਂ ਲੈਂਦੇ ਕਿਸੇ ਕੋਲੋਂ। ਸਲਾਹ ਆਪਾਂ ਕਿਉਂ ਨਹੀਂ ਲੈਂਦੇ? ਆਪਾਂ ਨੂੰ ਲੱਗਦਾ ਕੋਈ ਹੋਰ ਨਾ ਇਹ ਪ੍ਰੋਪਰਟੀ ਲੈ ਜਾਵੇ ਜਾਂ ਕੋਈ ਹੋਰ ਨਾ ਪੈਸੇ ਬਣਾ ਜਾਵੇ, ਮੈਨੂੰ ਫਿਰ ਬਣਨੇ ਨਹੀਂ। ਇਹ ਬਹੁਤ ਇੰਪੋਰਟੈਂਟ ਪਾਰਟ ਆ ਕਿ ਤੁਸੀਂ ਬੜੀ ਸੋਹਣੀ ਕਹਾਵਤ ਆ, ਸਿਆਣੇ ਕਹਿੰਦੇ ਚਾਦਰ ਦੇਖ ਕੇ ਪੈਰ ਪਸਾਰੋ, ਪਰ ਅਦਰਵਾਈਜ਼ ਐਂ ਨਾ ਹੋਵੇ ਜਿੰਨੀ ਕੁ ਹੈਗੀ ਉਦੋਂ ਬਾਹਰ ਨਿਕਲ ਕੇ ਠੰਡ ਵੀ ਲੱਗਦੀ ਆ ਅਤੇ ਉਹਦਾ ਫਾਇਦਾ ਵੀ ਕੋਈ ਨਹੀਂ, ਬਿਮਾਰੀ ਵਾਧੂ ਗਲ ਪੈਂਦੀ ਹੈ। ਜਿਹੜੇ ਕੰਟਰੈਕਟ ਨੇ ਇੱਥੋਂ ਦੇ, ਉਹ ਕੰਟਰੈਕਟ ਇੰਨੇ ਵਧੀਆ, ਕਿਉਂਕਿ ਜਿਹੜੇ ਕੰਟਰੈਕਟ ਅਸਲੀ ਕੰਟਰੈਕਟ ਦਾ ਡਰਾਫਟ ਹੁੰਦਾ ਨਾ, ਉਹ ਸਾਰਾ ਲਾਇਰਸ ਨੇ ਕੀਤਾ ਹੁੰਦਾ। ਲਾਇਰਸ ਨੇ ਜਿਹੜਾ ਰੀਅਲ ਸਟੇਟ ਦੇ ਕੰਟਰੈਕਟ ਡਰਾਫਟ ਕੀਤੇ ਨੇ, ਉਹਦੇ ਵਿੱਚ ਕੋਈ ਵੀ ਇਹੋ ਜਿਹੀ ਸ਼ੈ ਨਹੀਂ ਛੱਡੀ ਜਿਹੜੀ ਉਹ ਕਵਰ ਨਹੀਂ ਕਰਦੇ। ਉਹਨਾਂ ਨੇ ਹਰ ਤਰੀਕੇ ਨਾਲ ਜਦੋਂ ਕੰਟਰੈਕਟ ਬਾਈਂਡ ਹੋ ਜਾਂਦਾ ਆ, ਜਦੋਂ ਦੋਨੇ ਪਾਰਟੀਆਂ ਐਗਰੀ ਕਰ ਜਾਂਦੀਆਂ ਨੇ, ਥੋੜ੍ਹੇ ਕੁ ਵਕਤ ਹੁੰਦਾ। ਜਿਵੇਂ ਆਪਾਂ ਪਹਿਲਾਂ ਅਕਸਰ ਗੱਲ ਕਰਦੇ ਹਾਂ, ਕੈਸ਼ ਆਫਰ ਕੀ ਹੁੰਦੀ ਆ, ਸਬਜੈਕਟ ਆਫਰ ਕੀ ਹੁੰਦੀ ਹੈ। ਆਪਾਂ ਸਿੰਪਲ ਗੱਲ ਕਰਦੇ ਹਾਂ, ਸਬਜੈਕਟ ਆਫਰ 'ਤੇ ਕਰ ਲਓ ਚਾਹੇ ਕੈਸ਼। ਹੁਣ ਕਈ ਵਾਰੀ ਤਾਂ ਹੁੰਦਾ ਵੀ ਜੇ ਤਾਂ ਸਬਜੈਕਟ ਆਫਰ ਆ, ਉਹਦੇ 'ਚ ਹੁੰਦਾ ਕਿ ਤੁਹਾਨੂੰ ਜਾ ਕੇ ਪਹਿਲਾਂ ਆਪਦੇ ਬੈਂਕ ਕੋਲੇ ਜਾ ਕੇ ਆਪਦੀ ਫਾਈਨੈਂਸਿੰਗ ਅਪਰੂਵ ਕਰਾਉਣੀ ਪੈਂਦੀ ਹੈ ਵੀ ਤੁਸੀਂ ਇੰਨੇ ਦੀ ਅਪਰੂਵਡ ਹੈਗੇ ਜਾਂ ਨਹੀਂ ਹੈਗੇ। ਫਿਰ ਬੈਂਕ ਆ ਕੇ ਦੇਖਦਾ ਤੁਹਾਡਾ ਘਰ ਉਹਨਾਂ ਦਾ ਹੈਗਾ ਜਾਂ ਨਹੀਂ ਹੈਗਾ। ਇਹ ਪਹਿਲਾ ਪਾਰਟ ਹੁੰਦਾ। ਫਿਰ ਉਸ ਤੋਂ ਬਾਅਦ ਇੰਸਪੈਕਸ਼ਨ ਦੇ ਕਲੌਜ਼ ਹੁੰਦੇ, ਇੰਸ਼ੋਰੈਂਸ ਦੇ ਹੁੰਦੇ ਨੇ, ਟਾਈਟਲ ਦੇ ਹੁੰਦੇ ਨੇ, ਪ੍ਰੋਪਰਟੀ ਡਿਸਕਲੋਜ਼ਰ ਸਟੇਟਮੈਂਟ ਦੇ ਹੁੰਦੇ, ਕਲੌਜ਼ਸ ਬਹੁਤ ਹੁੰਦੇ ਨੇ। ਪਰ ਕਈ ਹੁਣ ਜਿਹਦੀ ਆਹ ਚੱਲ ਰਹੀ ਆ, ਹੁਣ ਜਿਹੜੀ ਆਪਣੀ ਬਿਡਿੰਗ ਵਾਰ ਚੱਲ ਰਹੀ ਆ, ਉਹਦੇ ਵਿੱਚ ਹਰੇਕ ਨੂੰ ਹੁੰਦਾ ਮੈਨੂੰ ਪ੍ਰੋਪਰਟੀ ਮਿਲ ਜਾਏ। ਉਹ ਰਿਸਕ ਫੈਕਟਰ ਵੀ ਬਹੁਤ ਨੇ। ਜਿਹੜੀ ਪਿਛਲੀ ਆਪਾਂ ਜਿਵੇਂ ਗੱਲ ਕਰਕੇ ਹਟੇ ਆ, ਉਹਦੇ ਰਿਸਕ ਫੈਕਟਰ ਵੀ ਆਪਾਂ ਬਹੁਤ ਲੈਂਦੇ ਹਾਂ ਨਾਲ। ਹੁਣ ਉਹਦੇ ਵਿੱਚ ਕੈਸ਼ ਆਫਰ ਕੋਈ ਦੇ ਰਹੇ ਨੇ 2 ਜਾਂ 3, ਕੋਈ ਜਾਂ ਸਟੂਡੈਂਟ ਨੇ ਜਾਂ ਨਵੇਂ ਆਏ ਨੇ ਜਾਂ ਨਿਊ ਇਮੀਗ੍ਰੈਂਟ ਨੇ ਜਾਂ ਓਲਡ ਏਜ ਨੇ, ਭੈਣ ਭਰਾ ਜਾਂ ਵੀਰ ਜਿਹੜੇ ਪੈਸਾ ਆਪਦੇ ਮੁਲਕ ਤੋਂ ਲੈ ਕੇ ਆਏ ਨੇ, 3-4 ਲੱਖ ਉਹਨਾਂ ਕੋਲ ਹੋਵੇ, ਉਹ ਕਿਸੇ ਨੂੰ ਪਤਾ ਹੋਵੇ ਵੀ ਹਾਂ ਇਹਨਾਂ ਕੋਲ ਪੈਸੇ ਹੈਗੇ, ਉਹਨੂੰ ਕਹਿੰਦੇ ਤੁਸੀਂ ਐਂ ਕਰੋ ਇੰਨੇ ਕੁ ਪਾ ਲਓ ਅਤੇ ਬਾਕੀ ਆਪਾਂ ਨੂੰ ਫਲਿੱਪ ਕਰ ਦਾਂਗੇ। ਉਹ ਔਨ ਟਾਈਮ ਫਲਿੱਪ ਨਾ ਹੋਵੇ ਜਾਂ ਤੁਹਾਡੇ ਕੋਲ ਤੁਹਾਨੂੰ ਕੰਪਲੀਟ ਕਰਾਉਣੀ ਪੈ ਜਾਏ ਪ੍ਰੋਪਰਟੀ, ਤਾਂ ਤੁਸੀਂ ਕਿਵੇਂ ਕਰਾਓਗੇ? ਬੈਂਕ ਤੋਂ ਬਿਨਾਂ ਤਾਂ ਹੋਣੀ ਨਹੀਂ ਉਹ ਪ੍ਰੋਪਰਟੀ ਕੰਪਲੀਟ। ਇਹ ਫਿਰ ਤੁਹਾਡੇ ਉਹ ਪੈਸੇ ਤਾਂ ਜਾਂਦੇ ਲੱਗਣੇ ਜਿਹੜੇ ਗਏ ਇੱਕ ਵਾਰੀ ਡਿਪੋਜ਼ਿਟ 'ਚ ਗਏ, ਕਿਉਂਕਿ ਸੈਲਰ ਦੇ ਮਰਜ਼ੀ ਦੇ ਬਿਨਾਂ, ਬਾਇਰ ਅਤੇ ਸੈਲਰ ਦੋਨਾਂ ਦੀ ਮਰਜ਼ੀ ਦੇ ਬਿਨਾਂ ਉਹ ਪੈਸਾ ਚਾਹੇ ਟਰਸਟ ਅਕਾਊਂਟ 'ਚ ਵੀ ਪਿਆ ਆ, ਉਹ ਰਿਲੀਜ਼ ਨਹੀਂ ਹੋ ਸਕਦਾ। ਉਸ ਤੋਂ ਬਾਅਦ ਜਿਹੜਾ ਬੰਦੇ ਨੇ ਬਾਏ ਕੀਤੀ ਹੋਈ ਸੈਲਰ ਆ, ਉਹਨੇ ਮੂਹਰੇ ਕੁਛ ਲਿਆ ਹੁੰਦਾ ਆ। ਸੋ ਉਹਨੇ ਕੁਛ ਲਿਆ ਹੁੰਦਾ, ਉਹ ਵੀ ਉਸੇ ਪੈਸੇ ਨਾਲ ਲੈਣਾ ਜਿਹੜਾ ਉਹਨੇ ਕੰਪਲੀਟ ਕਰਕੇ ਲੈਣਾ ਹੁੰਦਾ। ਸੋ ਇਸ ਕਰਕੇ ਤੁਸੀਂ ਇਸ ਕਦੇ ਵੀ ਲਾਲਚ ਨਾ ਪਿਓ ਕਿ ਆਪਾਂ ਨੂੰ ਪੈਸੇ ਜਲਦੀ ਬਣ ਜਾਣਗੇ। ਇਹ ਆਪਾਂ ਨੂੰ, ਮੈਂ ਵਾਰੀ ਬਹੁਤ, ਮੈਂ ਰੀਅਲਟਰਸ ਨੂੰ ਵੀ ਕਹਿੰਦਾ, ਮੈਂ ਬਹੁਤ ਬਾਹਰ ਭੈਣਾਂ ਭਰਾਵਾਂ ਨੂੰ ਅਕਸਰ ਇਹ ਗੱਲ ਕਹਿੰਦਾ ਕਿ ਲਾਲਚ ਵੱਸ ਨਾ ਜਾਇਓ, ਕਿਉਂਕਿ ਜਿਹੜਾ ਕੋਲੇ ਆਪਾਂ ਉਹ ਵੀ ਗਵਾ ਕੇ ਬਹਿ ਜਾਵਾਂਗੇ। ਪਲੱਸ ਜਿਹੜੇ ਲਾਇਰਸ ਨੇ ਉਹ ਕਦੇ ਨਹੀਂ ਹਾਰਦੇ। ਉਹ ਚਾਹੇ ਵਿਨਿੰਗ ਸਾਈਡ ਨੂੰ ਰਿਪਰੈਜ਼ੈਂਟ ਕਰਦਾ ਹੋਵੇ, ਚਾਹੇ ਲੂਜ਼ਿੰਗ ਸਾਈਡ ਨੂੰ ਕਰਦਾ ਹੋਵੇ। ਲਾਇਰ ਕੋਲੇ ਤਾਂ ਵਿਨ ਸਿਚੁਏਸ਼ਨ ਆ, ਕਿਉਂਕਿ ਉਹਨੇ ਤਾਂ ਪੈਸੇ ਲੈਣੇ ਆ। ਤੁਸੀਂ ਆਪਣੇ ਆਪ ਨੂੰ ਆਪਣੀ ਸਹੀ ਸਲਾਹ ਲੈ ਕੇ, ਲੀਗਲ ਐਡਵਾਈਸ ਤੋਂ ਬਿਨਾਂ ਕਦੇ ਵੀ ਉਹ ਸਟੈਪ ਨਾ ਲਓ ਜਿਹੜੇ ਬਾਰੇ ਤੁਹਾਨੂੰ ਪਤਾ ਨਹੀਂ। ਕਦੇ ਵੀ ਅੱਖਾਂ ਮੀਚ ਕੇ ਸਾਈਨ ਨਾ ਕਰੋ। ਪੜ੍ਹੋ, ਜਿਹੜੀ ਚੀਜ਼ ਤੁਹਾਨੂੰ ਨਹੀਂ ਸਮਝ ਆਉਂਦੀ, ਤੁਹਾਡਾ ਹੱਕ ਬਣਦਾ ਹੈ ਉਹਦੇ ਬਾਰੇ ਪਤਾ ਕਰੋ। ਬਹੁਤ ਵਾਰੀ ਹੁੰਦਾ ਕਿ ਆਪਾਂ ਕਿਸੇ ਦੇ ਟਰਸਟ 'ਤੇ ਕਹਿੰਦੇ ਹਾਂ ਕਰਦੇ ਸਾਈਨ, ਉਹ ਕਹਿੰਦਾ ਮੈਂ ਕਰਤੇ ਸਾਈਨ। ਇਹ ਮੈਂ ਦੇਖੇ ਆ, ਬਹੁਤ ਜਾਣੇ ਦੇਖੇ ਆ, ਬਾਅਦ ਦੇ ਵਿੱਚ ਮੈਂ ਰੋਂਦੇ ਦੇਖੇ ਆ ਮੈਂ ਪੜ੍ਹਿਆ ਨਹੀਂ। ਹੁਣ ਕਸੂਰ ਨਹੀਂ ਹੁੰਦਾ। ਜਦੋਂ ਤੁਸੀਂ ਸਾਈਨ ਕਰਤੇ, ਇਕੱਲੇ ਪੇਜ 'ਤੇ ਇਨੀਸ਼ੀਅਲ ਕਰਤੇ, ਉਹਦਾ ਮਤਲਬ ਕੀ ਹੈ? ਜਦੋਂ ਇਕੱਲੇ ਪੇਜ 'ਤੇ ਇਨੀਸ਼ੀਅਲ ਕਰਾਉਣ ਦਾ ਮਤਲਬ ਇਹ ਹੁੰਦਾ ਕਿ ਆਹ ਚੀਜ਼, ਆਹ ਸਾਰਾ ਪੇਜ, ਪੈਰਾਗ੍ਰਾਫ ਬੰਦੇ ਨੇ ਪੜ੍ਹ ਲਿਆ ਅਤੇ ਉਹਨੂੰ ਅਕਨੋਲੇਜ ਕਰ ਰਿਹਾ ਕਿ ਮੈਂ ਪੜ੍ਹ ਲਿਆ। ਅਗਲੇ ਸਫੇ 'ਤੇ ਤਾਂ ਹੀ ਹਰ ਪੇਜ ਦੇ ਉੱਤੇ ਕੰਟਰੈਕਟ ਦੇ ਵਿੱਚ ਇਨੀਸ਼ੀਅਲ ਹੁੰਦੇ ਨੇ, ਜਿੱਥੇ ਜ਼ਰੂਰਤ ਆ ਉੱਥੇ ਸਿਗਨੇਚਰ ਹੁੰਦੇ ਆ। ਉਹ ਇਸ ਚੀਜ਼ ਦੀ ਗਵਾਹੀ ਹੁੰਦੀ ਹੈ ਕਿ ਤੁਸੀਂ ਹਰ ਚੀਜ਼ ਪੜ੍ਹੀ ਆ। ਜਿਹੜੀ ਕੰਟਰੈਕਟ ਦੇ ਵਿੱਚ ਚੀਜ਼ ਕੋਈ ਕੱਟੀ ਗਈ, ਮਾੜਾ ਜਿਹਾ ਵੀ ਆਪਾਂ ਪੈਨ ਲਾਤਾ ਕਿਤੇ, ਉਹਦੇ ਵਿੱਚ ਫਿਰ ਦੋਨਾਂ ਦੇ, ਬਾਇਰ ਅਤੇ ਸੈਲਰ ਦੇ ਵੀ ਇਨੀਸ਼ੀਅਲ ਹੁੰਦੇ ਨੇ, ਤਾਂ ਕਿ ਦੋਨੇ ਐਗਰੀ ਕਰਦੇ ਆ ਚੀਜ਼ ਆਪਾਂ ਕੱਟਤੀ ਜਾਂ ਆਪਾਂ ਨਹੀਂ ਕੱਟੀ। ਸੋ ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਆ। ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਲੌਂਗ ਟਰਮ ਦੇ ਵਿੱਚ ਤੰਗ ਕਰਦੀਆਂ ਨੇ। ਸਵਾਲ ਕਈ ਵਾਰੀ ਇਹ ਆਉਂਦੇ ਨੇ ਕਿ ਹੁਣ ਅਸੀਂ ਕੀ ਕਰੀਏ? ਉਹ ਜਿਹੜਾ ਕੀ ਕਰਨ ਵਾਲਾ ਪਾਰਟ ਹੁੰਦਾ, ਉਹ ਰੀਅਲਟਰ ਤੁਹਾਨੂੰ ਆਨਸਰ ਨਹੀਂ ਕਰ ਸਕਦੇ ਬਾਅਦ 'ਚ। ਜਦੋਂ ਇੱਕ ਵਾਰੀ ਕੰਟਰੈਕਟ ਬਾਈਂਡਿੰਗ ਹੋ ਗਿਆ, ਉਸ ਤੋਂ ਬਾਅਦ ਸਾਰੀ ਗੇਮ ਜਿਹੜੀ ਲਾਇਰਸ ਦੀ ਰਹਿ ਜਾਂਦੀ ਹੈ। ਫਿਰ ਵਕੀਲ ਤੁਹਾਨੂੰ ਸਲਾਹ ਦੇ ਸਕਦੇ ਆ। ਫਿਰ ਉੱਥੇ ਆ ਕੇ ਲਾਇਰ ਜਿਹੜਾ ਰੀਅਲਟਰ ਆ, ਉਹਦੇ ਕੋਲ ਉਹ ਕਪੈਸਿਟੀ ਨਹੀਂ ਹੁੰਦੀ, ਨਾ ਉਹਦੇ ਕੋਲ ਐਜੂਕੇਸ਼ਨ, ਨਾ ਡਿਗਰੀ ਹੈ। ਸੋ ਇਸ ਕਰਕੇ ਉਹ ਤੁਹਾਨੂੰ ਉੱਥੇ ਨਾ ਅਕਾਊਂਟਿੰਗ ਦੀ, ਨਾ GST ਦੀ, ਹਾਂ ਤੁਹਾਨੂੰ ਇੱਕ ਵੈਸੇ ਐਜ਼ ਆ ਐਕਸਪੀਰੀਅੰਸ ਦੇ ਤੌਰ 'ਤੇ ਕੁਛ ਨਾ ਕੁਛ ਬੇਸ਼ੱਕ ਰੀਅਲਟਰ ਦੱਸਦੇ ਹਨ। ਪਰ ਜੇ ਲੀਗਲਿਟੀ ਦਾ ਮਸਲਾ ਆ ਤਾਂ ਮੇਕ ਸ਼ੋਰ ਤੁਸੀਂ ਰਾਈਟ ਬੰਦੇ ਦੇ ਕੋਲੇ, ਰਾਈਟ ਪ੍ਰੋਫੈਸ਼ਨਲ ਦੇ ਕੋਲੇ ਪਹੁੰਚੋ। ਜੇ ਤੁਹਾਨੂੰ ਲੱਗਦਾ ਅਕਾਊਂਟਿੰਗ ਦੇ ਇਸ਼ੂਜ਼ ਨੇ, ਅਕਾਊਂਟੈਂਟ ਨਾਲ ਸਲਾਹ ਕਰੋ। ਜੇ ਤੁਹਾਨੂੰ ਲੱਗਦਾ ਲਾਅ ਦੇ ਇਸ਼ੂਜ਼ ਨੇ ਤਾਂ ਲਾਇਰ ਨਾਲ ਗੱਲ ਕਰੋ। ਜੇ ਤੁਹਾਨੂੰ ਬਿਲਡਿੰਗ ਦੇ ਵਿੱਚ ਕੋਈ ਇਸ਼ੂਜ਼ ਨੇ, ਤੁਸੀਂ ਬਿਲਡਿੰਗ ਇੰਸਪੈਕਟਰ ਹਾਇਰ ਕੀਤਾ, ਫਿਰ ਉਹਨਾਂ ਦੀ ਰਿਸਪੌਂਸਿਬਿਲਟੀ ਹੈ। ਜਿਹੜਾ ਰੀਅਲਟਰ ਦਾ ਰਿਸਪੌਂਸਿਬਿਲਟੀ ਆ, ਉਹਦਾ ਹੁੰਦਾ
ਟੂ ਫੈਸਿਲੀਟੇਟ ਟੂ ਪਾਰਟੀਜ਼, ਦੋ ਪਾਰਟੀ ਨੂੰ ਫੈਸਿਲੀਟੇਟ ਕਰਦੇ ਨੇ, ਉਹਨਾਂ ਦੀਆਂ ਟਰਮਸ ਐਂਡ ਕੰਡੀਸ਼ਨ ਦੇ ਉੱਤੇ ਇੱਕ ਦੂਜੇ ਨਾਲ ਗੱਲ ਕਰਾਉਂਦੇ ਨੇ, ਉਹ ਜੋ ਐਗਰੀ ਹੋ ਜਾਂਦੇ ਨੇ, ਉਸ ਤੋਂ ਬਾਅਦ ਫਿਰ ਉਹਨਾਂ ਦੇ ਹੱਥ 'ਚ ਬੜਾ ਕੁਝ ਰਹਿ ਨਹੀਂ ਜਾਂਦਾ। ਸੋ ਇਹ ਹਮੇਸ਼ਾ ਯਾਦ ਰੱਖਿਓ ਜੀ। ਸੋ ਜਿਹਨੂੰ ਸੌਖੇ ਸ਼ਬਦਾਂ 'ਚ ਜਦ ਭਾਰਤ ਨਾਲ ਥੋੜ੍ਹਾ, ਕਿਉਂਕਿ ਉੱਧਰੋਂ ਬਹੁਤੇ ਲੋਕ ਆਏ ਹੋਏ ਨੇ ਜਿਹੜਾ ਆਪਣਾ ਪ੍ਰੋਗਰਾਮ ਦੇਖਦੇ ਨੇ, ਵੀ ਜੇਕਰ ਤੁਹਾਡੀ ਰਜਿਸਟਰੀ ਟਾਈਮ 'ਤੇ ਨਹੀਂ ਹੁੰਦੀ, ਜਿਵੇਂ ਉੱਥੇ ਦੀ ਲੈਂਗੁਏਜ ਕਹਿੰਦੇ ਆ, ਤਾਂ ਤੁਹਾਡੀ ਜਿਹੜੀ ਬਿਆਨੇ ਵਾਲੀ ਰਕਮ ਹੈ ਉਹ ਫਿਰ ਸਾਰੀ ਜਾਂਦੀ ਲੱਗਦੀ ਹੈ, ਉਹ ਜਿਹੜੀ ਤੁਹਾਡੀ ਸੇਵਿੰਗ 'ਚੋਂ ਗਈ ਹੁੰਦੀ ਹੈ। ਹਾਂਜੀ। ਇਹਦੇ ਨਾਲ ਹੀ ਜਦੋਂ ਆਪਾਂ ਕੋਈ ਵੀ ਚੀਜ਼ ਲੈਂਦੇ ਆ ਉਸ ਵਕਤ ਇੱਕ ਤਾਂ ਪ੍ਰੋਵਿੰਸ਼ੀਅਲ ਟੈਕਸ ਦਿੰਦੇ ਆ, ਸੋ ਉਹਦੇ ਸੰਬੰਧੀ ਵੀ ਕਈ ਸਵਾਲ ਆਉਂਦੇ ਆ ਕਿ ਉਸ ਤੋਂ ਬਾਅਦ ਫਿਰ ਹਰ ਸਾਲ ਸਿਟੀ ਵੀ ਟੈਕਸ ਲੈਂਦੀ ਆ। ਸੋ ਜਿਹੜਾ ਇਹ ਵੀ ਸਿਸਟਮ ਥੋੜ੍ਹਾ ਜਿਹਾ ਸਮਝਾ ਦਿਓ ਕਿ ਜਦੋਂ ਅਸੀਂ ਪ੍ਰੋਪਰਟੀ ਟਰਾਂਸਫਰ ਕਰਦੇ ਆ, ਲੈਂਦੇ ਆ ਜਾਂ ਖਰੀਦਦੇ ਆ, ਉਸ ਵਕਤ ਸੈਲਰ ਵੱਲੋਂ ਵੀ ਦਿੱਤਾ ਜਾਂਦਾ ਜਾਂ ਬਾਇਰ ਨੂੰ ਪੈਂਦਾ, ਉਹ ਟੈਕਸ ਕਿਸ ਤਰੀਕੇ ਨਾਲ ਜਾਂਦਾ ਜਿਹੜਾ ਪ੍ਰੋਵਿੰਸ਼ੀਅਲ ਹੁੰਦਾ, ਤਾਂ ਉਸ ਤੋਂ ਅੱਗੇ ਜਿਹੜਾ ਸਾਲਾਨਾ ਫਿਰ ਸਿਟੀ ਟੈਕਸ ਹੁੰਦਾ ਆ, ਉਹ ਕਿਸ ਤਰੀਕੇ ਨਾਲ ਪੈਂਦਾ ਹੈ? ਮਨਦੀਪ, ਸਵਾਲ ਬਹੁਤ ਸੋਹਣਾ, ਐਕਚੁਅਲੀ ਬਹੁਤ ਕੁਐਸਚਨ ਆਉਂਦੇ ਇਹ। ਇੱਕ ਤਾਂ ਇਹ ਹੁੰਦਾ ਕਿ ਬਾਹਲੇ ਆਪਾਂ ਨੂੰ ਵਹਿਮ ਹੁੰਦਾ ਕਿ ਜਦੋਂ ਆਪਾਂ ਲੋਨ ਲੈਂਦੇ ਆ ਤੇ ਲੋਨ ਲੈ ਕੇ ਜਦੋਂ ਸਿਟੀ ਨੂੰ ਜਦੋਂ ਆਪਾਂ ਟ੍ਰਾਂਜੈਕਸ਼ਨ ਆਪਣੀ ਹੁੰਦੀ ਆ, ਟ੍ਰਾਂਜੈਕਸ਼ਨ ਦੇ ਵਿੱਚ ਕੀ ਹੁੰਦਾ, ਬੈਂਕ ਨੇ ਜਿਹੜੀ ਪ੍ਰਾਪਰਟੀ ਆ ਉਹਨੂੰ ਕਿੰਨੇ 'ਚ ਅਪਰੇਜ਼ ਕੀਤਾ, ਉਹਦਾ ਆਪਾਂ 20% ਦਿੱਤਾ, 15 ਦਿੱਤਾ, ਜਿੰਨਾ 25 ਦਿੱਤਾ, ਉਹ ਮਾਈਨਸ ਕਰਕੇ ਬਾਕੀ ਸਿਟੀ ਨੇ ਪੇ ਕਰ ਦੇਣਾ। ਜੇ 13 ਲੱਖ ਦੀ ਪ੍ਰਾਪਰਟੀ ਆ, ਆਪਾਂ ਨੂੰ ਕਈ ਵਾਰੀ ਇਹ ਭੁਲੇਖਾ ਹੁੰਦਾ ਵੀ ਮੇਰੇ ਕੋਲੇ ਤਾਂ $2.5 ਲੱਖ ਹੈਗਾ ਆ, 13 ਸਿਟੀ ਨੇ ਦੇਣਾ, ਬੈਂਕ ਨੇ ਦੇਣਾ, ਮੈਂ ਤਾਂ 15, 15.5, 16 ਲੱਖ ਨੂੰ ਕੁਆਲੀਫਾਈ ਹੋ ਗਿਆ। ਉਹ ਗਲਤ ਇੱਕ ਸੋਚ ਆ। ਉਹ ਬੈਂਕ ਨੇ ਤੁਹਾਡੇ ਪੈਸੇ ਵਿੱਚ ਪਾ ਕੇ ਜਿੰਨਾ ਤੁਸੀਂ ਉਹਨਾਂ ਨੂੰ ਦੱਸਿਆ ਵੀ ਇਸ ਤਰ੍ਹਾਂ ਡਾਊਨ ਦੇਵਾਂਗੇ, ਤੁਹਾਨੂੰ ਉਵੇਂ ਕੁਆਲੀਫਾਈ ਕਰਦੀ ਹੈ। ਨੰਬਰ 2, ਜਿਹੜਾ ਬੈਂਕ ਆ ਉਹ ਸਿਰਫ ਤੁਹਾਨੂੰ ਪ੍ਰਾਪਰਟੀ ਤੱਕ ਹੀ ਕਵਰ ਕਰਦਾ ਆ। ਉਹਦੇ ਉੱਤੇ ਜਿਹੜੇ ਐਕਸਟਰਾ ਕਾਸਟ ਆਉਂਦੀ ਆ, ਉਹਦੇ 'ਚ ਇੱਕ ਪ੍ਰੋਪਰਟੀ ਟਰਾਂਸਫਰ ਟੈਕਸ ਜਿਹੜਾ ਤੁਸੀਂ ਹੁਣ ਗੱਲ ਕੀਤੀ ਆ, ਇਹ ਪ੍ਰੋਵਿੰਸ਼ੀਅਲ ਟੈਕਸ ਹੁੰਦੇ ਨੇ, ਉਹ ਬੈਂਕ ਨਹੀਂ ਕਵਰ ਕਰਦਾ। ਫਿਰ ਉਸ ਤੋਂ ਬਾਅਦ ਲਾਇਰ ਫੀ ਹੁੰਦੀ ਆ, ਉਹ ਨਹੀਂ ਕਰਦਾ। ਉਸ ਤੋਂ ਬਾਅਦ ਇੱਕ ਸਿਟੀ ਦੀ ਆਪਦੀ ਸਿਟੀ ਦਾ ਟੈਕਸ ਹੁੰਦਾ, ਐਨੂਅਲ ਟੈਕਸ, ਉਹ ਨਹੀਂ ਕਵਰ ਕਰਦਾ। ਅਤੇ ਉਹਦੇ ਵਿੱਚ ਜੇ ਕੋਈ ਤੁਸੀਂ ਆਪਣੀ ਇੰਸਪੈਕਸ਼ਨ ਵਗੈਰਾ ਕਰਾਉਂਦੇ ਆ, ਉਹ ਨਹੀਂ ਕਵਰ ਕਰਦਾ। ਸੋ ਜਦੋਂ ਆਪਾਂ ਕੋਈ ਪ੍ਰਾਪਰਟੀ ਲੈਂਦੇ ਆ, ਜਿੰਨੇ ਦੀ ਵੀ ਲੈਂਦੇ ਆ, ਆਪਣੇ ਰਿਲੇਟਿਵਸ ਨੂੰ ਪੁੱਛ ਕੇ ਸਾਰਾ ਉਹਦਾ ਡਿਟੇਲ ਲਓ, ਆਪਦੇ ਲਾਇਰ ਨੂੰ ਪੁੱਛੋ ਕਿ ਉਸ ਤੋਂ ਸਿਵਾਏ ਤੁਹਾਨੂੰ ਹੋਰ ਪੈਸੇ ਤੁਹਾਡੀ ਪਾਕਟ 'ਚ ਕਿੰਨੇ ਚਾਹੀਦੇ ਆ। ਲਾਸਟ ਮਿੰਟ 'ਤੇ ਆ ਕੇ ਅੱਜ ਕੱਲ੍ਹ ਪ੍ਰਾਪਰਟੀਆਂ ਮਹਿੰਗੀਆਂ ਹੋ ਗਈਆਂ ਨੇ, ਤੁਹਾਨੂੰ $40-50,000 ਐਕਸਟਰਾ ਤੁਹਾਡੇ ਹੱਥੋਂ ਨਿਕਲਦਾ ਆ ਐਕਸਟਰਾ, ਉਸ ਤੋਂ ਸਿਵਾਏ, ਜਿਹੜੀ ਕਿਸੇ ਚੀਜ਼ 'ਚ ਆਪਣੇ ਅਕਾਊਂਟੇਬਿਲਿਟੀ ਨਹੀਂ ਹੁੰਦੀ। ਪਹਿਲੀ ਗੱਲ। ਦੂਸਰਾ ਹੁੰਦਾ ਜਿਹੜਾ ਪ੍ਰਾਪਰਟੀ ਟਰਾਂਸਫਰ ਟੈਕਸ ਆ, ਇਹ ਆਪਾਂ ਜਿਵੇਂ ਪਹਿਲਾਂ ਦੱਸ ਕੇ ਹਟੇ, ਇਹ ਹੈਗਾ ਵਨ ਟਾਈਮ ਟਰਾਂਸਫਰ ਟੈਕਸ। ਇਹ ਜਦੋਂ ਆਪਾਂ ਬਾਇਰ ਕੋਈ ਚੀਜ਼ ਬਾਏ ਕਰਦਾ, ਉਦੋਂ ਇਹ ਟੈਕਸ ਲੱਗਦਾ, ਪ੍ਰਾਪਰਟੀ ਟਰਾਂਸਫਰ ਟੈਕਸ। ਸੋ ਜਿਹੜਾ ਬਾਇਰ ਆ, ਉਹਨੇ ਫਿਰ ਉਹ ਜਦੋਂ ਕੋਈ ਚੀਜ਼ ਬਾਏ ਕਰਦਾ ਆ, ਉਹਨੇ ਫਿਰ ਉਹਦੇ ਉੱਤੇ ਉਹਦੀ ਪਰਸੈਂਟੇਜ ਹੁੰਦੀ ਹੈ। ਜਿਵੇਂ BC ਦੇ ਵਿੱਚ ਹੈਗਾ, ਪਹਿਲੇ 2 ਲੱਖ 'ਤੇ 1% ਆ, 2 ਮਿਲੀਅਨ ਤੱਕ ਫਿਰ 2% ਆ, 2 ਤੋਂ 3 ਤੱਕ 3% ਆ। ਫਿਰ ਉਸ ਤੋਂ ਬਾਅਦ ਇੱਕ ਰੇਸ਼ੋ ਬਣੀ ਹੋਈ, ਇੱਕ ਸਿਸਟਮੈਟਿਕਲੀ ਉਹਨੂੰ ਡਿਜ਼ਾਈਨ ਕੀਤਾ ਹੋਇਆ, ਤੁਸੀਂ ਉਵੇਂ ਉਹਨਾਂ ਟੈਕਸ ਪੇ ਕਰਦੇ ਨੇ, ਉਹ ਵਨ ਟਾਈਮ ਹੁੰਦਾ। ਪਰ ਜਿਹੜੀ ਪ੍ਰਾਪਰਟੀ ਟੈਕਸ ਆ, ਉਹ ਹੁੰਦਾ ਮਿਊਨਿਸਪੈਲਿਟੀ ਟੂ ਮਿਊਨਿਸਪੈਲਿਟੀ। ਉਹਦੀ ਕੀ ਹੁੰਦਾ ਕਿ ਉਹ ਹਰ ਸਾਲ ਉਹ ਆਉਂਦਾ ਆ। ਉਹਦੇ ਵਿੱਚ ਜਿਵੇਂ ਸਿਟੀ ਦੀਆਂ ਸਰਵਿਸਿਜ਼ ਨੇ, ਉਹ ਕਹਿੰਦੇ ਸਾਡੀ ਲੈਂਡ ਯੂਜ਼ ਹੁੰਦੀ ਹੈ, ਸੜਕਾਂ ਹੁੰਦੀਆਂ ਨੇ, ਸਾਰਾ ਕੁਝ ਜਿਹੜਾ ਸਿਟੀ ਕਰਦੀ ਆ, ਸਕੂਲ ਨੇ ਆਪਣੇ, ਸਾਰਾ ਕੁਝ ਮੇਨਟੇਨ ਕਰਦੇ ਆ। ਸਿਟੀ ਨੇ ਉਹਦਾ ਟੈਕਸ ਇੱਕ ਬਣਾਇਆ ਹੁੰਦਾ, ਉਹਨੂੰ ਕੈਲਕੂਲੇਟ ਕਰਦੇ ਆ ਕਿ ਉਹਦੀ ਐਵਰੀ ਈਅਰ ਇੱਕ BC ਦੀ ਅਸੈਸਮੈਂਟ ਆਉਂਦੀ ਆ। BC ਅਸੈਸਮੈਂਟ ਆ ਕੇ ਉਹ ਐਂ ਨਹੀਂ ਕਹਿੰਦੇ ਵੀ ਘਰਾਂ ਦੇ ਵਿੱਚ ਜਾਣਗੇ। ਉਹ ਕੀ ਕਰਦੇ ਨੇ, ਉਹਨਾਂ ਦੀ ਵਹੀਕਲਸ ਆਉਂਦੀਆਂ ਨੇ, ਉਹ ਜਾ ਕੇ ਕੈਮਰੇ ਲੱਗੇ ਹੁੰਦੇ ਨੇ, ਆਟੋਮੈਟਿਕ ਸਿਸਟਮ ਆ ਸਾਰਾ, ਉਹ ਹਰੇਕ ਸਟਰੀਟ 'ਤੇ ਗੇੜਾ ਕੱਢਦੇ, ਉਹ ਦੇਖੀ ਜਾਂਦੇ ਕਿਹੜੇ ਘਰ ਦੀ ਕਿਹੋ ਜਿਹੀ ਸ਼ਕਲ ਆ, ਕਿੰਨੇ ਸਕੁਅਰ ਫੁੱਟ ਆ, ਕਿਉਂਕਿ ਸਕੁਅਰ ਫੁਟੇਜ ਉਹਨਾਂ ਕੋਲ ਪਈ ਆ ਹਰੇਕ ਘਰ ਦੀ, ਕਿਉਂਕਿ ਲੈਂਡ ਟਾਈਟਲ ਆਫਿਸ 'ਚ ਹਰ ਚੀਜ਼ ਰਜਿਸਟਰਡ ਪਈ ਆ ਆਪਣੀ। ਉਹਦੇ ਨਾਲ ਕੀ ਨਵੇਂ ਘਰ ਕਿੰਨੇ ਦੇ ਵਿਕ ਰਹੇ ਆ, ਲੈਂਡ ਕਿੰਨੇ ਦਾ ਵਿਕ ਰਿਹਾ ਇੱਥੇ ਨੇਬਰਿੰਗ, ਇਹ ਰੈਜ਼ੀਡੈਂਸ਼ੀਅਲ ਲੈਂਡ ਕਿੰਨੇ ਦਾ, ਜਿਹੜਾ ਕਮਰਸ਼ੀਅਲ ਲੈਂਡ ਕਿੰਨੇ ਦਾ, ਜਾਂ ਜਿਹੜਾ ਮਲਟੀਪਲ ਜਿੱਥੇ ਆਪਣੇ ਕੌਂਡੋ ਟਾਊਨ ਹਾਊਸ ਕੀ ਬਣਦਾ, ਜਿੰਨੀ ਲੈਂਡ ਦੀ ਵੈਲਿਊ ਵਧੀ ਜਾਣੀ ਆ, ਉਹਦੇ ਹਿਸਾਬ ਨਾਲ BC ਅਸੈਸਮੈਂਟ ਨੇ ਉਹਦੀ ਪ੍ਰਾਈਸ, ਉਹਦੇ ਆਲੇ ਦੁਆਲੇ ਕੀ ਵਿਕਿਆ ਉਸ ਸਾਲ ਦੇ ਵਿੱਚ, ਉਹਦੀ ਪਰ ਸਕੁਅਰ ਫੁੱਟ ਪ੍ਰਾਈਸ ਕੈਲਕੂਲੇਟ ਕਰਕੇ ਉਹ ਤੁਹਾਨੂੰ ਨਾਲ ਦੀਆਂ ਨੇਬਰਿੰਗ ਪ੍ਰਾਪਰਟੀਜ਼ ਨੂੰ ਉਹਦੇ ਹਿਸਾਬ ਨਾਲ ਟੈਕਸ ਕਰ ਦਿੰਦੇ ਆ। ਉਹ ਹੁਣ ਫੋਰ ਐਗਜ਼ਾਮਪਲ ਆਪਾਂ ਘਰ ਲਿਆ ਬੰਦੇ ਨੂੰ 1970 ਦਾ, ਉਦੋਂ ਤਾਂ ਉਹਨਾਂ ਨੇ ਘਰ ਲਿਆ ਹੋਇਆ ਸਾਰਾ 2-2.5 ਲੱਖ ਦਾ, ਅੱਜ ਉਹ ਘਰ ਬਣ ਗਿਆ 14 ਲੱਖ ਦਾ। ਉਹਨਾਂ ਦੇ ਇਨਕਮ ਸੋਰਸਿਸ ਤਾਂ ਉਹਨੇ ਵਧੇ ਨਹੀਂ ਹੋਣੇ, ਪਰ ਉਹ ਟੈਕਸ ਜਿਹੜਾ ਆ, ਉਹਨੇ ਅਸੈਸਮੈਂਟ ਵੈਲਿਊ ਦੇ ਹਿਸਾਬ ਨਾਲ ਸਿਟੀ ਦਾ ਟੈਕਸ ਵੱਧ ਜਾਂਦਾ ਹੈ। ਸੋ ਉਹ ਡਿਪੈਂਡ ਕਰਦਾ ਤੁਸੀਂ ਕਿਹੜੇ ਏਰੀਏ 'ਚ ਰਹਿੰਦੇ ਹੋ, ਤੁਹਾਡੇ ਨੇਬਰਿੰਗ ਪ੍ਰਾਪਰਟੀਜ਼ ਕਿੰਨੇ ਦੇ ਹੁੰਦੀਆਂ ਨੇ, ਅਤੇ ਜਦੋਂ ਤੁਹਾਨੂੰ ਅਸੈਸਮੈਂਟ ਆਉਂਦੀ ਹੈ, ਤੁਹਾਡੇ ਮੂੰਹ 'ਤੇ ਕਿੰਨੀ ਕੁ ਸਮਾਈਲ ਆਉਂਦੀ ਹੈ ਕਿ ਸਾਡਾ ਘਰ ਕਿੰਨਾ ਕੀਮਤ ਵੱਧ ਗਈ ਹੈ, ਉਹਦਾ ਮਤਲਬ ਉਹਦੇ ਨਾਲ ਨਾਲ ਇੱਕ ਪਿਛਲੇ ਪਾਸੇ ਪ੍ਰਾਈਸ ਟੈਗ ਆਉਂਦਾ, ਉਹਦੇ ਤੇਰੇ ਵਧਣ ਦੀ ਪ੍ਰਾਈਸ ਤੁਹਾਡੇ ਨਾਲ ਆ, ਹੁਣ ਸਿਟੀ ਨੂੰ ਇੰਨੇ ਪੈਸੇ ਵੀ ਪੇ ਕਰੋ। ਸੋ ਉਹ ਪਰ ਸਕੁਅਰ ਫੁਟੇਜ ਉਹਦੇ ਹਿਸਾਬ ਨਾਲ ਕੈਲਕੂਲੇਸ਼ਨ ਹੁੰਦੀ ਹੈ। ਘਰ ਦੇ ਵਿੱਚ ਕੀ ਲਾਇਆ ਨਹੀਂ ਲਾਇਆ,
ਉਹ ਉਹਨਾਂ ਨੂੰ ਮੈਟਰ ਨਹੀਂ ਕਰਦਾ, ਕਿਉਂਕਿ ਇੰਨੀ ਉਹਨਾਂ ਦੇ ਕੋਲ ਐਬਿਲਿਟੀ ਨਹੀਂ ਹੁੰਦੀ ਕਿ ਉਹ ਇਕੱਲੇ ਘਰ ਦੇ ਵਿੱਚ ਜਾ ਕੇ ਦੇਖ ਸਕਣ। ਸੋ ਉਹਨਾਂ ਨੇ ਰੀਅਲ ਸਟੇਟ ਟ੍ਰਾਂਜੈਕਸ਼ਨਸ ਹੀ ਦੇਖਣੀਆਂ ਨੇ। ਅਲਟੀਮੇਟਲੀ ਵੀ ਰੀਅਲ ਸਟੇਟ ਟ੍ਰਾਂਜੈਕਸ਼ਨ ਜਿਹੜੀਆਂ ਨੇ ਇਸ ਨੇਬਰਹੁੱਡ ਦੇ ਵਿੱਚ, ਅਗਲੇ ਨੇਬਰਹੁੱਡ ਦੇ ਵਿੱਚ, ਇਹ ਕਿਹੜੇ ਨੇਬਰਹੁੱਡ ਵਿੱਚ ਕਿੰਨੇ ਨੂੰ ਚੀਜ਼ ਵਿਕੀ ਆ, ਉਹਦੇ ਹਿਸਾਬ ਨਾਲ ਉਹ ਪੂਰੇ ਸਾਲ ਦਾ ਟੈਕਸ, ਉਹ ਚਾਹੇ ਪੁਰਾਣਾ ਘਰ ਆ ਚਾਹੇ ਨਵਾਂ, ਉਹਦੇ ਹਿਸਾਬ ਨਾਲ ਲੱਗਦੇ ਨੇ। ਜਿਵੇਂ ਤੁਸੀਂ ਕਿਹਾ ਕਿ ਕਿਸੇ ਨੇ ਕੋਈ ਘਰ 1970 ਦਾ ਲਿਆ ਹੋਇਆ ਪਰ ਉਹਦੀ ਵੈਲਿਊ ਵਧ ਗਈ ਲੈਂਡ ਦੀ, ਸੋ ਜੇ ਘਰ ਪੁਰਾਣਾ ਆ, ਘਰ ਦੀ ਵੈਲਿਊ ਵੀ ਫਿਰ ਉਸੇ ਤਰੀਕੇ ਨਾਲ ਵਧੂਗੀ ਜਾਂ ਫਿਰ ਨਵੇਂ ਘਰਾਂ ਦਾ ਜ਼ਿਆਦਾ ਟੈਕਸ ਹੋਊਗਾ, ਪ੍ਰੋਪਰਟੀ ਟੈਕਸ ਪੁਰਾਣੇ ਘਰਾਂ ਦਾ ਘੱਟ ਹੋਊਗਾ? ਹਾਂ, ਪਹਿਲੀ ਗੱਲ ਜਿਹੜਾ ਆਪਣੀ ਜਿਹੜੀ ਚੀਜ਼ ਵੱਧਦੀ ਹੁੰਦੀ ਉਹ ਲੈਂਡ ਵੱਧਦਾ। ਘਰ ਦੀ ਤਾਂ ਹਰੇਕ ਸਾਲ ਡੈਪਰੀਸ਼ੀਏਸ਼ਨ ਹੁੰਦੀ ਹੈ, ਹਰੇਕ ਘਰ ਦੀ ਡੈਪਰੀਸ਼ੀਏਸ਼ਨ ਹੁੰਦੀ ਹੈ ਹਰ ਸਾਲ। ਸੋ ਘਰ ਦੀ ਜਿਹੜੀ ਵੈਲਿਊ, ਹਾਂ, ਸਕੁਅਰ ਫੁਟੇਜ ਆਫ ਹਾਊਸ ਉਹ ਮੈਟਰ ਕਰਦੇ ਆ ਕਿ ਕਿੰਨੇ ਸਕੁਅਰ ਫੁੱਟ ਆ, ਉਹਦੇ ਨਾਲ ਉਹਦੀ ਪ੍ਰਾਈਸ ਦਾ ਫਰਕ ਪੈਂਦਾ ਹੈ ਅਸੈਸਮੈਂਟ ਦਾ। ਪਰ ਜਿਹੜਾ ਹੁਣ ਰੈਂਚਰ ਆ ਪੁਰਾਣਾ ਪਿਆ, ਕੋਈ ਬੰਦਾ ਬੈਂਗਲੌਰ 'ਚ ਰਹਿ ਰਿਹਾ, ਉਹ ਪੇਰੈਂਟਸ ਤੇ ਆਪਣੇ ਬੱਚਿਆਂ ਨੂੰ ਦੇ ਕੇ ਅੱਗੇ, ਉਹਨਾਂ ਨੂੰ ਉਹਦੀ ਵੈਲਿਊ ਦਾ ਕੋਈ ਮੈਟਰ ਨਹੀਂ ਕਰਦਾ। ਪਰ ਹਾਂਜੀ, ਟੈਕਸ ਤਾਂ ਜ਼ਰੂਰ ਮੈਟਰ ਕਰੂਗਾ ਉਹਨੂੰ ਐਵਰੀ ਈਅਰ। ਇਸ ਚੀਜ਼ ਦਾ ਕਾਫੀ ਰੌਲਾ ਵੀ ਪਿਆ ਸੀ ਅੱਜ ਤੋਂ 5-6 ਸਾਲ ਪਹਿਲਾਂ, 7 ਸਾਲ ਪਹਿਲਾਂ, ਵੈਨਕੂਵਰ ਦੇ ਵਿੱਚ। ਉੱਥੇ ਜਿਹੜੇ ਆਪਣੇ ਓਲਡ ਫੋਕਸ ਨੇ, ਸਾਰੇ ਜਿਹੜੇ ਬਜ਼ੁਰਗ ਨੇ ਜਾਂ ਜਿਹੜੇ ਬੰਦੇ ਰਿਟਾਇਰਮੈਂਟ ਫੰਡਸ 'ਤੇ ਰਹਿੰਦੇ ਨੇ, ਉਹ ਕਹਿੰਦੇ ਸਾਡਾ ਕਸੂਰ ਹੀ ਨਹੀਂ, ਨਾ ਤਾਂ ਅਸੀਂ ਵੇਚਿਆ ਨਾ ਅਸੀਂ ਲਿਆ ਕੁਛ ਮੂਹਰੇ, ਸਾਡੇ ਕੋਲ ਲਿਮਟਿਡ ਫੰਡਸ ਨੇ, ਤੁਸੀਂ ਐਵਰੀ ਸਾਡਾ $1000-2000 ਸਾਡਾ ਬਜਟ ਚੇਂਜ ਕਰ ਦੇਣਾ। ਪਰ ਸਿਟੀ ਕਹਿੰਦੀ ਨੋ, ਦਿਸ ਇਜ਼ ਹਾਊ ਇਟ ਵਰਕਸ। ਸੋ ਉੱਥੇ ਆਪਾਂ ਚਾਹੇ ਤਾਂ ਸਾਰੀ ਪਟੀਸ਼ਨ ਹੋਵੇ ਤਾਂ ਬੰਦੇ ਇਕੱਠੇ ਹੋ ਕੇ ਕੁਛ ਕਰਨ, ਪਰ ਇਹ ਪੋਸੀਬਲ ਨਹੀਂ ਹੈਗਾ। ਸੋ ਸਿਟੀ ਨੇ ਵੀ ਆਪਣਾ ਖਰਚਾ ਪੂਰਾ ਕਰਨਾ ਹੁੰਦਾ। ਸੋ ਇਹਦੇ ਹਿਸਾਬ ਨਾਲ ਅਸੈਸਮੈਂਟ ਵੈਲਿਊਜ਼ ਜਿਹੜੀਆਂ ਨੇ ਉਹ ਕੈਲਕੂਲੇਟ ਕੀਤੀਆਂ ਜਾਂਦੀਆਂ ਨੇ। ਉਹਦੇ ਹਿਸਾਬ ਨਾਲ ਆਪਾਂ ਐਵਰੀ ਈਅਰ ਫਿਰ ਆਪਾਂ ਉਹਨੂੰ ਜਿਹੜੀ BC ਦੀ ਮਿਊਨਿਸਪਲ ਟੈਕਸ ਨੇ ਹਰੇਕ ਸ਼ਹਿਰ ਦੇ ਦਿੱਤੇ ਜਾਂਦੇ ਨੇ। ਇਹ ਵੇਚਣ ਲੱਗੇ ਕੈਲਕੂਲੇਸ਼ਨ ਐ ਹੁੰਦੀ ਹੈ ਵੀ ਕਿਹੜੇ ਮਹੀਨੇ 'ਚ ਆਪਾਂ ਘਰ ਲੈਂਦੇ ਹਾਂ। ਜੇ ਆਪਾਂ ਜੂਨ 'ਚ ਘਰ ਲੈਂਦੇ ਹਾਂ ਤਾਂ ਜਿਹੜੇ ਪਹਿਲੇ 6 ਮਹੀਨੇ ਆ ਉਹ ਸੈਲਰ ਪੇ ਕਰਦਾ, ਅਤੇ ਜਿਹੜੇ ਬਾਕੀ ਦੇ 7 ਮਹੀਨੇ ਨੇ ਜਾਂ 6 ਮਹੀਨੇ ਨੇ ਉਹ ਬਾਇਰ ਪੇ ਕਰਦਾ। ਉਹਦੀ ਕੈਲਕੂਲੇਸ਼ਨ ਪਰ ਡੇ ਨਾਲ ਲਾਇਰਸ ਕਰ ਲੈਂਦੇ ਨੇ, ਉਹ ਲਾਇਰਸ ਸਾਰਾ ਕਰਕੇ ਤੁਹਾਡੇ ਤੋਂ ਉਹਦਾ ਟੈਕਸ ਵਸੂਲਦੇ ਨੇ। ਮਤਲਬ ਛੱਡਦੇ ਨਹੀਂ, ਲੈ ਕੇ ਛੱਡਦੇ ਆ, ਪੈਸੇ ਤੁਹਾਨੂੰ ਦੇਣੇ ਪੈਂਦੇ ਜੀ। ਠੀਕ ਹੈ। ਅੱਛਾ, ਨਾਲ ਹੀ ਇੱਕ ਤਾਂ ਹੁਣ ਇਹ ਆ ਜੀ ਕਿ ਆਪਣਾ ਇਸ ਸਾਲ ਦਾ ਲਗਭਗ ਅਖੀਰਲਾ ਪ੍ਰੋਗਰਾਮ ਹੈ, 22 ਦਸੰਬਰ 23 ਅੱਜ ਹੋ ਗਈ ਆ, ਫਿਰ ਅਗਲਾ ਹਫਤਾ ਤਾਂ ਛੁੱਟੀਆਂ ਵੀ ਹੋਣੀਆਂ ਆਪਾਂ ਨੂੰ। ਸੋ ਇੱਕ ਇਹ ਥੋੜ੍ਹਾ ਦੱਸ ਦਿਓ ਵੀ ਆਹ ਸਾਲ ਦਾ ਤਜਰਬਾ ਕਿਵੇਂ ਰਿਹਾ ਸੰਖੇਪ ਦੇ ਵਿੱਚ, ਅਤੇ ਅਗਲੇ ਸਾਲ ਲਈ ਕੀ ਉਮੀਦ ਕਰਦੇ ਹੋ ਅਤੇ ਕੀ ਸਲਾਹ ਦਿੰਦੇ ਹੋ ਆਪਣੇ ਦਰਸ਼ਕਾਂ ਨੂੰ? ਇਸ ਸਾਲ ਦੇ ਤਜਰਬੇ ਦੇ ਮੁਤਾਬਕ ਇਹ ਸੀ ਕਿ ਕਦੇ ਜਿਹੜੇ ਪ੍ਰੈਡਿਕਸ਼ਨਸ ਨੇ ਉਹ ਸਾਰੀਆਂ ਸਹੀ ਨਹੀਂ ਹੁੰਦੀਆਂ। ਲੱਗਦਾ ਸੀ ਮਾਰਕੀਟ ਨਹੀਂ ਇੰਨੀ ਵਧੀਆ ਰਹਿਣੀ, ਪਰ ਮਾਰਕੀਟ ਬਹੁਤ ਸੋਲਿਡ ਰਹੀ ਆ। ਫਿਰ ਲੱਗਦਾ ਸੀ ਇਸ ਵਾਰੀ ਮੈਕਸੀਮਮ ਘਰ ਵਿਕਣਗੇ, ਆਹ ਮਹੀਨੇ ਜਿਵੇਂ ਨਵੰਬਰ ਦੇ ਵਿੱਚ ਵੀ ਸੀਗਾ, ਪਿਛਲੇ ਮਹੀਨੇ ਵੀ, ਪਰ ਇਨਵੈਂਟਰੀ ਨਹੀਂ ਲੋ ਸੀਗੀ ਕਿ ਘਰ ਤਾਂ ਮੈਕਸੀਮਮ ਤਾਂ ਬਹੁਤ ਦੂਰ ਦੀ ਗੱਲ, ਮਿਨੀਮਮ ਵਾਲੇ ਪਾਸੇ ਵੀ ਨਹੀਂ ਉਹਨੇ ਵਿਕ ਰਹੇ। ਕਿਉਂਕਿ ਰੀਜ਼ਨ ਕੀ ਹੈ ਕਿ ਸਾਡੇ ਕੋਲ ਇਨਵੈਂਟਰੀ ਹੈ ਨਹੀਂ ਗੀ। ਆਉਣ ਵਾਲੇ ਸਾਲ ਦੇ ਵਿੱਚ ਐਵਰੀ ਟਾਈਮ ਇੱਕੋ ਹੀ ਆਪਾਂ ਗੱਲ ਕਰਦੇ ਕਿ ਜੇ ਗਵਰਨਮੈਂਟ ਵੱਲੋਂ ਕੋਈ ਨਾ ਕੋਈ ਨਵੀਂ ਕੋਈ ਚੀਜ਼ ਲਿਆਂਦੀ ਜਾਵੇ, ਜਿਹੜੇ ਹੁਣ ਆਪਾਂ ਗੱਲ ਕਰਦੇ ਨਵੇਂ ਇਮੀਗ੍ਰੈਂਟਸ ਨੂੰ ਜਾਂ ਨਵੇਂ ਬਾਇਰਸ ਨੂੰ, ਉਹਨਾਂ ਵਾਸਤੇ ਕੋਈ ਨਵੇਂ ਪ੍ਰੋਗਰਾਮ ਆਉਂਦੇ ਨੇ ਜਾਂ ਉਹਦਾ ਕੁਝ ਹੋ ਸਕਦਾ, ਇਹਦੇ ਬਾਰੇ ਆਪਾਂ ਪ੍ਰੈਡਿਕਟ ਨਹੀਂ ਕਰ ਸਕਦੇ ਹਜੇ। ਪਰ ਜੇ ਇੰਟਰਸਟ ਰੇਟ ਜਿਵੇਂ ਹੁਣ ਚੱਲ ਰਿਹਾ ਇਸੇ ਤਰੀਕੇ ਨਾਲ ਚੱਲਿਆ ਤਾਂ ਫਿਰ ਅਗਲੇ ਸਾਲ ਆਪਾਂ ਨੂੰ ਬੜਾ ਫਰਕ ਨਹੀਂ ਪੈਣਾ, ਕਿਉਂਕਿ ਇਹ ਤਾਂ ਸਿਰਫ ਕੈਲੰਡਰ ਈਅਰ ਹੀ ਚੇਂਜ ਹੋਣਾ ਹੈ। ਬਾਕੀ ਆਪਾਂ ਤਾਂ ਉਵੇਂ ਹੀ ਆ, ਸਾਰੇ ਜਾਣੇ ਐਂ ਹੀ ਰਹਿਣਾ ਆ। ਸੋ ਲੈਟਸ ਹੋਪ ਫॉर द ਪੋਜ਼ਿਟਿਵ, ਅਗਲੇ ਸਾਲ ਵਾਸਤੇ ਬਿਹਤਰ ਹੋਵੇ, ਸਾਰਿਆਂ ਲਈ ਬਿਹਤਰ ਹੋਵੇ। ਸੋ ਆਪਾਂ ਤਾਂ ਇਹੀ ਕਹਿੰਦੇ ਕਿ ਸੋਹਣੀਆਂ ਛੁੱਟੀਆਂ ਮਨਾਓ ਹੁਣ ਆਪਣੀਆਂ, ਫਿਕਰ ਹੁਣ ਇੱਕ ਪਾਸੇ ਰੱਖ ਦਿਓ ਅਤੇ ਬਿਮਾਰੀ ਤੋਂ ਬਚੋ ਅਤੇ ਆਪਣੇ ਪਰਿਵਾਰ ਦੇ ਨਾਲ ਪਿਆਰ ਨਾਲ ਰਹੋ। ਬਹੁਤ ਬਹੁਤ ਧੰਨਵਾਦ ਜੀ। ਕੋਈ ਸਵਾਲ ਹੋਵੇ ਰੀਅਲ ਸਟੇਟ ਦੇ ਮੁਤਲਕ ਜਾਂ ਵੇਚਣ ਦੇ ਜਾਂ ਲੈਣ ਦੇ ਮੁਤਲਕ ਹੋਵੇ ਤਾਂ ਪਲੀਜ਼ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ 6048254900 'ਤੇ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਦੀਪ ਝੱਜ ਹੋਣੀ। ਸੋ ਜੇਕਰ ਕੋਈ ਤੁਹਾਡਾ ਸਵਾਲ ਆ ਜਾਂ ਕੋਈ ਕੰਮ ਵੀ ਆ ਤਾਂ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ, ਔਰ ਜੇਕਰ ਤੁਹਾਡਾ ਸਵਾਲ ਹੈਗਾ, ਨੰਬਰ ਵੀ ਦਿੱਤਾ, ਨਾਲ ਈਮੇਲ ਵੀ ਦਿੱਤੀ ਹੋਈ ਆ, ਸੋ ਉਹਦੇ 'ਤੇ ਤੁਸੀਂ ਫੋਨ ਜਾਂ ਈਮੇਲ ਕਰਕੇ ਸਾਨੂੰ ਪੁੱਛ ਸਕਦੇ ਹੋ। ਜਿਵੇਂ ਅੱਜ ਅਸੀਂ ਜਵਾਬ ਦਿੱਤੇ ਆ ਕੋਈ ਦਰਸ਼ਕਾਂ ਦੇ, ਇਸੇ ਤਰੀਕੇ ਨਾਲ ਅੱਗੇ ਵੀ ਜਿਹੜੇ ਜਵਾਬ ਦਿੰਦੇ ਰਹਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ TV ਪੰਜਾਬ।